ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਨਮਾਨਯੋਗ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਪਿਆਰਿਓ, ਸਾਰੇ ਸ਼ਾਮਲ ਹੋਣ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ। ਗੁਰੂ ਜੀ ਦੀ ਪਾਰ ਬਖਸ਼ਿਸ਼ ਕਿਰਪਾ, ਕੋਟਾਨ ਕੋਟ ਸ਼ੁਕਰਾਨਾ ਹੈ ਸਾਹਿਬ ਜੀ ਦਾ, ਜਿਨ੍ਹਾਂ ਨੇ ਉਦਮ ਬਖਸ਼ਿਆ ਔਰ ਅਸੀਂ ਸਾਰੇ ਮਿਲ ਕੇ ਕਰਤੇ ਦੇ ਘਰ ਦੀਆਂ ਗੱਲਾਂ ਕਰਨ ਲਈ ਰੋਜ਼ ਇਕੱਤਰ ਹੁੰਦੇ ਹਾਂ। ਓੰਕਾਰ ਬਾਣੀ ਦੀ ਲੜੀਵਾਰ ਵਿਚਾਰ ਪਿਛਲੇ ਦਿਨਾਂ 'ਚ ਅਸੀਂ ਆਰੰਭ ਕੀਤੀ ਹੈ। 2 ਪੌੜੀਆਂ ਦੀ ਵਿਚਾਰ ਅਸੀਂ ਪਿਛਲੀਆਂ ਵਿਚਾਰਾਂ ਵਿੱਚ ਕਰ ਚੁੱਕੇ ਹਾਂ। ਤੀਜੀ ਪੌੜੀ ਤੋਂ ਅੱਜ ਦੀ ਵਿਚਾਰ ਅਸੀਂ ਆਰੰਭ ਕਰਾਂਗੇ, ਕਿਉਂਕਿ ਬਹੁਤ ਛੋਟੀਆਂ ਪੌੜੀਆਂ ਹਨ। ਇਸ ਵਾਸਤੇ ਸਮੇਂ ਦੇ ਮੁਤਾਬਕ ਚੌਥੀ ਪੌੜੀ ਦੀ ਵਿਚਾਰ ਵੀ ਨਾਲ ਅੱਜ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਹੋ ਜਾਏ, ਤਦ ਕਿ ਗੁਰੂ ਦੀ ਗੱਲ ਸਮਝਣ ਵਿੱਚ ਜੋ ਲੜੀ ਹੈ ਸਾਡੀ ਉਹ ਜੁੜੀ ਰਹੇ। ਅੱਜ ਦੀ ਇਸ ਵਿਚਾਰ ਵਿੱਚ ਜੋ ਪੌੜੀ ਦਾ ਪਾਠ ਹੈ ਉਹ ਧੱਦੇ ਅੱਖਰ ਤੋਂ ਸ਼ੁਰੂ ਹੁੰਦਾ ਹੈ। ਪਹਿਲਾਂ ਬੇਨਤੀ ਕੀਤੀ ਸੀ ਕਿ ਜਦੋਂ ਪਾਠਸ਼ਾਲਾ ਦਾ ਪਾਂਧਾ, ਸਕੂਲ ਦਾ ਅਧਿਆਪਕ ਜਿਹੜਾ ਮੰਦਰਾਂ ਦੇ ਨਾਲ ਖੁੱਲ੍ਹੀਆਂ ਹੋਈਆਂ ਪਾਠਸ਼ਾਲਾ ਦੇ ਵਿੱਚ ਬੱਚਿਆਂ ਨੂੰ ਪੱਟੀਆਂ ਲਿਖਾਉਂਦਾ ਤਾਂ ਉੱਥੇ ਓਨਮ ਲਫ਼ਜ਼ ਲਿਖਣ ਤੋਂ ਬਾਅਦ ਸਿੰਧੰਗ ਆਇਆ ਲਫ਼ਜ਼ ਲਿਖਦਾ ਸੀ। ਸਿੰਧੰਗ ਆਇਆ ਦਾ ਮਤਲਬ ਵੀ ਇਸ ਕੰਮ ਵਿੱਚ ਤੈਨੂੰ ਸਿੱਧੀ ਪ੍ਰਾਪਤ ਹੋਵੇ, ਸਫਲਤਾ ਮਿਲੇ। ਗੁਰੂ ਪਾਤਸ਼ਾਹ ਜੀ ਨੇ ਉਹਦੇ ਲਿਖੇ ਹੋਏ ਲਫ਼ਜ਼ਾਂ ਮੁਤਾਬਕ ਉਹਨਾਂ ਲਫ਼ਜ਼ਾਂ ਨੂੰ ਇਸਤੇਮਾਲ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹਨਾਂ ਅੱਖਰਾਂ ਤੋਂ ਹੀ ਪੌੜੀਆਂ ਨੂੰ ਆਰੰਭ ਕੀਤਾ। ਪਹਿਲੀ ਪੌੜੀ ਸੱਸੇ ਅੱਖਰ ਤੋਂ ਆਰੰਭ ਹੋਈ ਸੀ, ਜਿਹਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਸੱਸੇ ਅੱਖਰ ਦੇ ਸਿੰਧੰਗ ਲਫ਼ਜ਼ ਤੋਂ ਜੋ ਵਿਚਾਰ ਬਣਦੀ ਹੈ, ਉਸ ਵਿਚਾਰ ਮੁਤਾਬਕ ਗੁਰੂ ਸਾਹਿਬ ਜੀ ਨੇ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ, ਗੁਰਮੁਖ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਨਕ ਮੋਤੀ, ਸਮਝੈ ਸੂਝੈ ਪੜ੍ਹ ਬੂਝੈ, ਅੰਤ ਨਿਰੰਤਰ ਸਾਚਾ, ਗੁਰਮੁਖ ਦੇਖੈ ਸਾਸ ਸੰਭਾਲੇ, ਬਿਨ ਸਾਚੇ ਜਗ ਪ੍ਰਾਚਾ। ਇਹ ਦੂਜੀ ਪੌੜੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਸੱਸੇ ਅੱਖਰ ਦੀ ਰਾਹੀਂ ਕਿਹਾ, ਉਸ ਪੰਡਤ ਨੂੰ ਸਮਝਾਇਆ ਕਿ ਪਰਮੇਸ਼ਰ ਨੇ
ਜਦੋਂ ਸ੍ਰਿਸ਼ਟੀ ਦੀ ਸਾਜਨਾ ਕੀਤੀ, ਉਹਨੇ ਕੋਈ ਵਿਸ਼ੇਸ਼ ਉਦਮ ਜਾਂ ਜ਼ੋਰ ਨਹੀਂ ਲਾਇਆ। ਇਹ ਪੰਡਿਤ, ਉਸਨੇ ਤੇ ਇੱਕ ਹੁਕਮ ਦੇ ਨਾਲ ਹੀ ਸਾਰੀ ਸ੍ਰਿਸ਼ਟੀ ਨੂੰ, ਕਾਇਨਾਤ ਨੂੰ ਸਾਜ ਦਿੱਤਾ, ਔਰ ਉਸੇ ਮਾਲਕ ਦੀ ਜੋਤ ਹੀ ਸਾਰੇ ਜਗਤ ਵਿੱਚ ਵਿਆਪਦੀ ਹੈ, ਪਸਰ ਰਹੀ ਹੈ। ਜਿਹੜਾ ਵੀ ਮਨੁੱਖ ਗੁਰੂ ਦੇ ਰਸਤੇ ਤੇ ਤੁਰਦਾ ਹੈ, ਗੁਰੂ ਦੀ ਮੱਤ ਨੂੰ ਲੈਂਦਾ ਹੈ, ਉਸ ਨੂੰ ਪਰਮੇਸ਼ਰ ਦੇ ਨਾਮ ਰੂਪੀ ਰਤਨ ਮਿਲ ਜਾਂਦੇ ਹਨ। ਰਤਨ ਜਵੇਹਰ ਮਾਨਕ ਉਹਦੀ ਝੋਲੀ ਵਿੱਚ ਪੈ ਜਾਂਦੇ ਹਨ। ਗੁਰਮੁਖ ਮਨੁੱਖ ਪਰਮਾਤਮਾ ਦੇ ਨਾਮ ਰੂਪੀ ਕੀਮਤੀ ਧਨ ਨੂੰ ਹੀ ਇਕੱਠਾ ਕਰਦਾ ਹੈ। ਪਰਮੇਸ਼ਰ ਦਾ ਨਾਮ ਰੂਪੀ ਕੀਮਤੀ ਧਨ ਹੀ ਇਕੱਠਾ ਕਰਦਾ ਹੈ। ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਹੋਰ ਧਨ ਨਾਲ ਨਿਭਣ ਵਾਲਾ ਨਹੀਂ। ਹੋਰ ਧਨ ਨੂੰ ਇਕੱਠਾ ਕਰਨ ਵਾਲੇ ਮੂਰਖ ਗਵਾਰ ਹਨ। ਕਾਚਾ ਧਨ ਸੰਚੈ ਮੂਰਖ ਗਵਾਰ। ਪਰ ਇਹ ਸਾਚਾ ਧਨ ਮਿਲਦਾ ਕਿੱਥੋਂ ਹੈ? ਸਾਚਾ ਧਨ ਗੁਰਮਤੀ ਪਾਏ, ਔਰ ਇਹ ਸਾਚਾ ਧਨ ਗੁਰੂ ਦੀ ਮੱਤ ਤੇ ਤੁਰ ਕੇ ਮਿਲਦਾ ਹੈ। ਉਹਨੂੰ ਇਹ ਗੱਲ ਦੀ ਸੋਝੀ ਹੋ ਜਾਂਦੀ ਹੈ। ਉਹ ਮਨੁੱਖ ਫਿਰ ਗੁਰੂ ਦੀ ਬਾਣੀ ਦੀ ਰਾਹੀਂ ਹੀ ਗੁਰੂ ਦੀ ਬਖਸ਼ੀ ਜੀਵਨ ਜਾਤ ਸਦਕਾ ਸਮਝਦਾ ਹੈ, ਸੋਚਦਾ ਹੈ, ਵਿਚਾਰਦਾ ਹੈ, ਔਰ ਗੁਰੂ ਦੀ ਬਾਣੀ ਨੂੰ ਮੁੜ ਮੁੜ ਕੇ ਅਭਿਆਸ ਕਰਕੇ ਫਿਰ ਉਹਦਾ ਭੇਦ ਜਿਹੜਾ ਹੈ ਜਾਣ ਲੈਂਦਾ ਹੈ। ਉਸ ਭੇਦ ਵਿੱਚ ਉਹਨੇ ਸਮਝ ਆਉਂਦੀ ਹੈ ਕਿ ਸ੍ਰਿਸ਼ਟੀ ਵਿੱਚ ਵਿਆਪਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ। ਬਾਕੀ ਕਾਇਨਾਤ ਸਾਰੀ ਜਿਹੜੀ ਹੈ ਉਹ ਨਾਸ਼ਵਾਨ ਹੈ। ਉਹਨੂੰ ਸਮਝ ਆਉਂਦੀ ਹੈ ਮਿਰਤ ਮੰਡਲ ਜਗ ਸਾਜਿਆ, ਜਿਉਂ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲੱਗ ਗਈ ਜਿਉਂ ਕਾਗਦ ਬੁੰਧਾਰ, ਸੋਨੇ ਮਨਸਾ ਮਣੇ ਮਾਹੇ ਸਤ ਦੇਖ ਵਿਚਾਰ, ਸਿੱਧ ਸਾਧਕ ਗਿਰਹਿ ਜੋਗੀ ਤਜ ਗਏ ਘਰ ਬਾਰ, ਜੈਸੇ ਸੁਪਨਾ ਰਹਿਣ ਕਾ ਤੈਸਾ ਸੰਸਾਰ। ਸਮਝ ਕਿਸ ਨੂੰ ਆਉਂਦੀ ਹੈ? ਜਿਹੜਾ ਗੁਰੂ ਦੀ ਬਾਣੀ ਨੂੰ ਬਾਰ-ਬਾਰ ਪੜ੍ਹਦਾ ਹੈ, ਬਾਰ-ਬਾਰ ਵਿਚਾਰਦਾ ਹੈ, ਬਾਰ-ਬਾਰ ਉਸਦਾ ਅਧਿਐਨ ਕਰਦਾ ਹੈ, ਉਹਦਾ ਚਿੰਤਨ ਕਰਦਾ ਹੈ, ਆਪਣੀ ਯਾਦ ਦਾ ਹਿੱਸਾ ਬਣਾਉਂਦਾ ਹੈ। ਗੁਰੂ ਦੇ ਰਾਹ ਤੇ ਤੁਰਨ ਵਾਲਾ ਮਨੁੱਖ ਪਰਮੇਸ਼ਰ ਨੂੰ ਹਰ ਜਗ੍ਹਾ ਉੱਤੇ ਦੇਖਦਾ ਹੈ ਵੀ ਉਹ ਪਰਮਾਤਮਾ ਹਰ ਜਗ੍ਹਾ ਤੇ ਵਸਿਆ ਹੋਇਆ ਹੈ, ਹਰ ਹਿਰਦੇ ਵਿੱਚ ਵਸਿਆ ਹੋਇਆ ਹੈ। ਬਾਕੀ ਸਾਰਾ ਜਗਤ ਜਿਹੜਾ ਹੈ ਉਹ ਆਣ ਜਾਣ ਹੈ, ਔਰ ਪਰਮੇਸ਼ਰ ਸਦਾ ਹੀ ਕਾਇਮ ਰਹਿਣ ਵਾਲਾ ਹੈ। ਇਸ ਤੋਂ ਅੱਗੇ ਜੋ ਅੱਜ ਦੀ ਪੌੜੀ ਆਰੰਭ ਹੋਣੀ ਹੈ ਉਹ ਧੱਦੇ ਅੱਖਰ ਤੋਂ ਹੈ। ਸੰਸਕ੍ਰਿਤ ਹਿੰਦੀ ਵਿੱਚ ਸਾ ਧਾ ਕਰਕੇ ਬੋਲਿਆ ਜਾਂਦਾ ਹੈ, ਪਰ ਗੁਰਮੁਖੀ ਵਿੱਚ ਪੰਜਾਬੀ 'ਚ ਅਸੀਂ ਸੱਸਾ ਧੱਦਾ ਕਰਕੇ ਬੋਲਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਵੀ ਕਿਉਂਕਿ ਗੁਰਮੁਖੀ ਲਿਪੀ ਵਿੱਚ ਬਾਣੀ ਨੂੰ ਉਚਾਰ ਰਹੇ ਹਨ ਤਾਂ ਉਹਨੂੰ ਸੱਸਾ ਤੇ ਧੱਦਾ ਕਰਕੇ ਲਿਖਿਆ ਹੈ। ਜਿਹੜੇ ਬੋਲੀ ਗੁਰਮੁਖੀ ਪੰਜਾਬੀ ਦੀ ਹੈ ਉਹਨਾਂ ਸ਼ਬਦਾਂ ਨੂੰ ਗੁਰੂ ਸਾਹਿਬ ਜੀ ਨੇ ਲਿਆ ਹੈ। ਤਾਂ ਇਹੋ ਹੀ ਗੱਲ ਸਮਝ ਆਉਂਦੀ ਹੈ ਕਿ ਹਜ਼ੂਰ ਸਤਿਗੁਰੂ ਜੀ ਗੁਰਮੁਖੀ ਲਿਪੀ ਵਿੱਚ ਲਿਖ ਰਹੇ ਹਨ, ਸੰਸਕ੍ਰਿਤ ਵਿੱਚ ਇਹ ਬਾਣੀ ਨੂੰ ਉਚਾਰਨ ਨਹੀਂ ਕਰ ਰਹੇ। ਇਸ ਵਾਸਤੇ ਇੱਥੇ ਸਤਿਗੁਰੂ ਨੇ ਸੱਸਾ ਵਰਤਿਆ, ਧੱਦਾ ਵਰਤਿਆ, ਸਾ ਧਾ ਲਫ਼ਜ਼ ਜਿਹੜੇ ਨੇ ਉਹ ਇਸਤੇਮਾਲ ਨਹੀਂ ਕੀਤੇ। ਅੱਜ ਦੀ ਜੋ ਪੌੜੀ ਆਰੰਭ ਹੁੰਦੀ ਹੈ, ਧੱਦਾ ਧਰਮ ਧਰੇ ਧਰਮਾਪੁਰ, ਗੁਣਕਾਰੀ ਮਨ ਧੀਰਾ, ਧੱਦਾ ਧੂਲ ਪੜੇ ਮੁਖ ਮਸਤਕ, ਕੰਚਨ ਭੈ ਮਨੂਰਾ, ਧਨ ਧਰਨੀ ਤਰ ਆਪ ਅਜੂਨੀ, ਧੂਲ ਬੋਲ ਸਚ ਪੂਰਾ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੇ ਗੁਰ ਸੂਰਾ। ਇਸ ਪੌੜੀ ਦੇ ਪਾਠ ਤੋਂ ਇਹ ਗੱਲ ਸਮਝ ਆਉਂਦੀ ਹੈ ਕਿ ਸਤਿਗੁਰੂ ਜੀ ਨੇ ਇਸ ਪਾਵਨ ਪੌੜੀ ਰਾਹੀਂ ਗੁਰੂ ਦੀ ਵਡਿਆਈ ਕੀਤੀ ਹੈ।
ਸਤਿਗੁਰੂ ਜੀ ਦੀ ਵਡਿਆਈ, ਸਤਿਗੁਰੂ ਦੀ ਵਡਿਆਈ ਕੀਤੀ ਹੈ। ਗੁਰੂ ਕੌਣ ਹੈ? ਗੁਰੂ ਗੁਣਾਂ ਦਾ ਖਜ਼ਾਨਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਧੱਦੇ ਅੱਖਰ ਰਹੀ ਗੱਲ ਸਮਝਾਉਂਦੇ ਨੇ, ਧਰਮ ਧਰੇ ਦਾ ਅਰਥ ਦਾ ਟਿਕਾਉਣਾ। ਧਰਮ, ਸਤਿਗੁਰੂ ਧਰਮ ਦੀ ਗੱਲ ਟਿਕਾ ਦਿੰਦਾ ਹੈ, ਭਾਵ ਸਮਝਾ ਦਿੰਦਾ ਹੈ। ਉਹ ਸਿਰ ਦੇ ਵਿੱਚ ਟਿਕਾ ਦਿੰਦਾ ਹੈ। ਕਿੱਥੇ ਟਿਕਾਉਂਦਾ ਹੈ? ਧਰਮਾਪੁਰ, ਧਰਮ ਦੀ ਪੁਰੀ, ਭਾਵ ਸਤ ਸੰਗਤ। ਸਤ ਸੰਗਤ ਵਿੱਚ ਧਰਮਪੁਰ, ਧਰਮਾਪੁਰ ਦਾ ਲਫ਼ਜ਼ ਹੈ ਧਰਮ ਦੀ ਪੁਰੀ, ਸਤ ਸੰਗਤ ਵਿੱਚ। ਧੀਰਾ ਦਾ ਅਰਥ ਹੁੰਦਾ ਟਿਕ ਜਾਣਾ, ਟਿਕਿਆ ਹੋਇਆ। ਮਨ ਧੀਰੇ, ਇੱਥੇ ਲਫ਼ਜ਼ ਹੈ ਮਨ ਧੀਰਾ, ਤਾਂ ਮਨ ਜਿਹੜਾ ਟਿਕਿਆ ਹੋਇਆ। ਧੱਦਾ ਧਰਮ ਧਰੇ ਧਰਮਾਪੁਰ, ਗੁਣਕਾਰੀ ਮਨ ਧੀਰਾ। ਅਸੀਂ ਪਹਿਲਾਂ ਇਹਦੇ ਪਦ ਅਰਥ ਸਮਝ ਲਈਏ, ਕਿਉਂਕਿ ਸਮਝਣ ਲਈ ਸਾਨੂੰ ਆਖਰੀ ਪੰਕਤੀ ਦਾ ਸਹਾਰਾ ਪਹਿਲਾਂ ਲੈਣਾ ਪਏਗਾ, ਜਿੱਥੋਂ ਇਹ ਗੱਲ ਸਮਝ ਆਏਗੀ। ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰ ਸੂਰਾ। ਫਿਰ ਅੱਗੇਗਾ ਪਾਤਸ਼ਾਹ ਕਹਿੰਦੇ, ਧੱਦਾ ਧੂਲ ਪੜੈ। ਧੂਲ ਦਾ ਅਰਥ ਧੂੜ, ਭਾਵ ਉਪਦੇਸ਼। ਮੁਖ ਮਸਤਕ, ਮੂੰਹ ਉੱਤੇ ਮੱਥੇ ਉੱਤੇ, ਦੋਨਾਂ ਦੇ ਅੱਖਰਾਂ ਨੂੰ ਸਿਹਾਰੀ ਹੈ, ਮੂੰਹ ਉੱਤੇ ਤੇ ਮੱਥੇ ਉੱਤੇ। ਕੰਚਨ ਕਹਿੰਦੇ ਸੋਨੇ ਨੂੰ, ਮਨੂਰ ਕਹਿੰਦੇ ਨੇ ਸੜੇ ਹੋਏ ਗਲੇ ਹੋਏ ਲੋਹੇ ਨੂੰ। ਮਨੂਰ ਲਫ਼ਜ਼, ਜਦੋਂ ਲੋਹਾ ਅਸੀਂ ਵੇਸਟ ਹੋ ਜਾਂਦਾ ਹੈ, ਪੁਰਾਣਾ ਹੋ ਜਾਂਦਾ ਹੈ, ਉਹ ਗਲ ਜਾਂਦਾ ਹੈ, ਹੌਲੀ ਹੌਲੀ ਕਰਕੇ ਗਲ ਜਾਂਦਾ ਹੈ। ਤੇ ਗਲੇ ਲੋਹੇ ਦੇ ਉੱਤੇ ਜੰਗਾਲ ਲੱਗਦਾ ਹੈ, ਜਿਹੜਾ ਜੰਗਾਲ ਜਦੋਂ ਝੜਦਾ ਥੱਲੇ ਡਿੱਗਦਾ ਹੈ, ਜਿਹੜਾ ਕਿਸੇ ਕੰਮ ਨਹੀਂ ਆਉਂਦਾ, ਨਾ ਉਹ ਵਿਕਦਾ ਹੈ, ਨਾ ਲੋਹਾ ਤਾਂ ਵੇਚ ਸਕਦੇ ਹਾਂ, ਪਰ ਉਹ ਜੰਗਾਲ ਨੂੰ ਵੇਚਿਆ ਵੀ ਨਹੀਂ ਜਾ ਸਕਦਾ। ਉਹਨੂੰ ਮਨੂਰ ਕਹਿੰਦੇ ਨੇ, ਭਾਵ ਬਿਲਕੁਲ ਵੇਸਟ। ਕੰਚਨ ਭੈ ਮਨੂਰਾ, ਮਨੂਰਾ ਇਹ ਜਿਨ੍ਹਾਂ ਦੇ ਵਿੱਚ ਕੋਈ ਗੁਣ ਨਹੀਂ ਸੀ, ਉਹ ਸੋਨੇ ਵਰਗੇ ਸ਼ੁੱਧ, ਸੋਨੇ ਵਰਗੇ ਹੋ ਗਏ, ਗੁਣਾਂ ਨਾਲ ਭਰਪੂਰ ਹੋ ਗਏ। ਤੱਦਾ ਧਰਮ ਧਰੇ ਧਰਮਾਪੁਰ, ਗੁਣਕਾਰੀ ਮਨ ਧੀਰਾ। ਧੱਦਾ ਧੂਲ ਪੜੇ ਮੁਖ ਮਸਤਕ, ਕੰਚਨ ਭੈ ਮਨੂਰਾ। ਫਿਰ ਅੱਗੇ ਧਨ ਧਰਨੀ ਧਰ, ਧਰਨੀ ਧਰ ਧਰਤੀ ਦਾ ਆਸਰਾ। ਕੌਣ? ਪਰਮੇਸ਼ਰ, ਪਰਮਾਤਮਾ। ਕੌਣ ਹੈ? ਆਪ। ਕਿਹੜਾ? ਜਿਹੜਾ ਅਜੂਨੀ ਹੈ, ਜਿਹੜਾ ਤੋਲ ਬੋਲ ਸੱਚ ਪੂਰਾ। ਕਹਿੰਦੇ ਉਹਨੂੰ ਪਰਖ ਕੇ ਦੇਖ ਲਓ ਤੇ ਜੀਵਨ ਵਿੱਚ ਕੋਈ ਕਮੀ ਨਹੀਂ। ਤੋਲ ਬੋਲਦਾ ਹੁੰਦਾ ਹੈ ਫਿਰ ਹਰ ਪਾਸਿਓਂ ਪੂਰਾ, ਹਰ ਪਾਸੇ ਤੋਂ ਪੂਰਾ, ਜਿਸ ਦੇ ਜੀਵਨ ਵਿੱਚ ਕੋਈ ਕਮੀ ਨਹੀਂ, ਜਿਹਦੇ ਅੰਦਰ ਕੋਈ ਘਾਟਾ ਨਹੀਂ, ਜਿਹਦੇ ਵਿੱਚ ਕੋਈ ਨੁਕਸ ਕੱਢ ਹੀ ਨਹੀਂ ਸਕਦੇ। ਕਿ ਸਤਿਗੁਰੂ ਜੀ ਨੇ ਗੁਰੂ ਦੀ ਵਡਿਆਈ ਕੀਤੀ ਵੀ ਪਰਮੇਸ਼ਰ ਦੀਆਂ ਗੱਲਾਂ ਜਾਂ ਤਾਂ ਪਰਮੇਸ਼ਰ ਆਪ ਜਾਣਦਾ ਹੈ, ਤੇ ਜਾਂ ਸਤਿਗੁਰੂ ਸੂਰਮਾ ਜਾਣਦਾ ਹੈ, ਭਾਵ ਕਿਉਂਕਿ ਗੁਰੂ ਤੇ ਪਰਮੇਸ਼ਰ ਦਾ ਕੋਈ ਭੇਦ ਨਹੀਂ। ਇਸ ਪੌੜੀ ਦਾ ਜਿਹੜਾ ਵਿਚਾਰ ਜੋ ਸਾਨੂੰ ਸਮਝ ਆਉਂਦੀ ਹੈ, ਸਤਿਗੁਰੂ ਕਹਿਣ ਲੱਗੇ ਹੋਏ ਪਾਂਡੇ ਆਪਣੇ ਮਨ ਦੀ ਪੱਟੀ ਦੇ ਉੱਤੇ ਤੂੰ ਪੱਟੀਆਂ ਲਿਖਾਉਂਦਾ ਹੈ, ਤੇ ਬੱਚਿਆਂ ਨੂੰ ਤੂੰ ਲਿਖ ਕੇ ਦੇ ਰਿਹਾ, ਓਨਮ ਸੰਦੰਗ ਆਇਆ, ਇਹ ਲਫ਼ਜ਼ ਅਸ਼ੀਰਵਾਦ ਦੇ ਤੌਰ ਤੇ ਤੂੰ ਲਿਖ ਕੇ ਦੇ ਰਿਹਾ ਹੈ। ਪਰ ਤੇਰੀ ਮਨ ਦੀ ਤਾਂ ਕੋਈ ਪੱਟੀ ਹੈ, ਉਸ ਮਨ ਦੀ ਪੱਟੀ ਦੇ ਉੱਤੇ ਵੀ ਤਾਂ ਕੁਝ ਲਿਖ। ਉਹ ਕੋਰੀ ਪਈ ਹੋਈ ਹੈ, ਉਹ ਕੋਰੀ ਪਈ ਹੋਈ ਹੈ ਜਿਹੜੀ ਮਨ ਦੀ ਪੱਟੀ ਹੈ, ਉਹਦੇ ਤੇ ਖਾਲੀ ਹੈ, ਉੱਥੇ ਤਾਂ ਕੁਛ ਨਹੀਂ ਲਿਖਿਆ। ਮਨ ਦੀ ਪੱਟੀ ਤੇ ਕੁਝ ਵੀ ਨਹੀਂ ਲਿਖਿਆ। ਦੂਜਿਆਂ ਨੂੰ ਸਿੱਖਿਆ ਦੇਣ ਤੋਂ ਪਹਿਲਾਂ
ਆਪਣੇ ਮਨ ਦੀ ਪੱਟੀ ਦੇ ਉੱਤੇ ਵੀ ਤਾਂ ਕੁਝ ਲਿਖਣਾ ਜ਼ਰੂਰੀ ਹੈ ਨਾ। ਉਹ ਤਾਂ ਹੀ ਸੰਭਵ ਹੈ ਜੇ ਤੂੰ ਗੁਰੂ ਦੀ ਸ਼ਰਨ ਪੈ ਕੇ ਉਸ ਕਰਤਾਰ ਦੇ ਨਾਲ ਜੁੜਿਆ ਹੋਇਆ ਹੋਵੇਂ। ਇਹ ਗੱਲ ਤਾਂ ਹੀ ਸੰਭਵ ਹੈ ਜੇ ਗੁਰੂ ਦੀ ਸ਼ਰਨ ਪੈ ਕੇ ਕਰਤਾਰ ਦੇ ਨਾਲ ਜੁੜਿਆ ਹੋਇਆ ਹੋਵੇ, ਕਿਉਂਕਿ ਸਤਿਗੁਰੂ ਅਗਿਆਨਤਾ ਦਾ ਵਿਨਾਸ਼ ਕਰਨ ਵਾਲੀ ਤਾਕਤ ਹੈ। ਸੱਚ ਤੇ ਪ੍ਰੇਮ ਦਾ ਪ੍ਰਵੇਸ਼ ਕਰਨ ਵਾਲੇ ਦਾ ਨਾਮ ਗੁਰੂ ਹੈ। ਜਿਹੜਾ ਸੱਚ ਤੇ ਪ੍ਰੇਮ ਦਾ ਪ੍ਰਵੇਸ਼ ਕਰਦਾ ਹੈ ਉਹਦਾ ਨਾਮ ਗੁਰੂ ਹੈ। ਤੋ ਸਤਿਗੁਰੂ ਜੀ ਨੇ ਜਿਹੜੀ ਗੱਲ ਕਹਿ ਦਿੱਤੀ ਵੀ ਗੁਰੂ ਨੂੰ ਪਰਮੇਸ਼ਰ ਹੀ ਜਗਤ ਦੇ ਉਧਾਰ ਲਈ ਸੰਸਾਰ ਵਿੱਚ ਭੇਜਦਾ ਹੈ। ਜਦੋਂ ਸਤਿਗੁਰ ਦੀ ਵਡਿਆਈ ਦੀ ਗੱਲਾਂ ਜਦੋਂ ਅਸੀਂ ਸੁਣਦੇ ਹਾਂ, ਮਨ ਵਿੱਚ ਅੰਦਰ ਚਾਉ ਜਿਹਾ ਪੈਦਾ ਹੁੰਦਾ ਹੈ ਕਿ ਗੁਰੂ ਦੀ ਇੰਨੀ ਵਡਿਆਈ ਹੈ, ਗੁਰੂ ਇੰਨੀ ਤਾਕਤ ਵਾਲਾ ਹੈ। ਗੁਰੂ ਤਾਂ ਸੁਖ ਦਾਤਾ, ਦੁੱਖ ਮਿਟਨੋ, ਦੁੱਖ ਸਾਰੇ ਕੱਟ ਦਿੰਦਾ ਹੈ। ਸਤਿਗੁਰ ਅਸੁਰ ਸੰਘਾਰ, ਉਹ ਤਾਂ ਜਿਹੜੇ ਰਾਖਸ਼ ਹਨ ਉਹ ਦੀ ਬੁੱਧੀ ਹੈ ਉਹਨਾਂ ਨੂੰ ਵੀ ਖਤਮ ਕਰ ਦਿੰਦਾ ਹੈ। ਇਹੋ ਜਿਹੇ ਬੰਦਿਆਂ ਨੂੰ ਮਨੁੱਖ ਬਣਾ ਦਿੰਦਾ ਹੈ। ਗੁਰੂ ਗਿਆਨ ਦਾ ਸੋਮਾ ਹੈ ਵੀ ਹੇ ਪਾਂਧੇ, ਜੇ ਸਤਿਗੁਰੂ ਮਿਲ ਜਾਏ, ਪਰਮਾਤਮਾ ਦੇ ਗੁਣਾਂ ਦੀ ਵਿਚਾਰ ਜੋ ਕੀਮਤੀ ਮੋਤੀ ਹਨ, ਕੀਮਤੀ ਰਤਨ ਹਨ, ਇਹ ਵੀ ਨਾਲ ਹੀ ਪ੍ਰਾਪਤ ਹੋ ਜਾਂਦੇ ਹਨ ਜੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਜਾਈਏ। ਤੇ ਇਹੋ ਗੱਲ ਕਹਿੰਦੇ ਪਾਂਦੇ, ਹੇ ਪਾਂਦੇ ਪਾਂਡੇ, ਤੂੰ ਗੁਰੂ ਦੀ ਸ਼ਰਨ ਵਿੱਚ ਪੈ ਕੇ ਫਿਰਦੇ ਦੀ ਪੱਟੀ ਤੇ ਕਰਤਾਰ ਦਾ ਨਾਮ ਲਿਖ। ਉਹ ਤਾਂ ਬੜਾ ਬੇਅੰਤ ਹੈ। ਆਪਣਾ ਮਨ ਤਨ ਗੁਰੂ ਦੇ ਹਵਾਲੇ ਕਰ। ਜਦੋਂ ਤੂੰ ਆਪਣਾ ਮਨ ਤਨ ਗੁਰੂ ਦੇ ਹਵਾਲੇ ਕਰ ਦੇਵੇਂਗਾ, ਗੁਰੂ ਤਾਂ ਸਭ ਨੂੰ ਪਿਆਰ ਕਰਨ ਵਾਲਾ ਹੈ। ਤੇ ਯਾਦ ਰੱਖੀ, ਜਦੋਂ ਤੈਨੂੰ ਵੀ ਪਿਆਰ ਕਰਨ ਦੀ ਜਾਚ ਆ ਜਾਏਗੀ ਉਹਦੀ ਬਣਾਈ ਹੋਈ ਖਲਕਤ ਦੇ ਨਾਲ, ਤੇ ਤੈਨੂੰ ਵੀ ਰੱਬ ਦਾ ਦੀਦਾਰ ਹੋ ਜਾਏਗਾ। ਕੇਵਲ ਗੱਲਾਂ ਨਾਲ ਤਾਂ ਗੱਲੀ ਨਹੀਂ ਚੱਲਣੀ। ਕੇਵਲ ਉੱਪਰਲੀਆਂ ਗੱਲਾਂ ਦੇ ਨਾਲ, ਫੱਟੀਆਂ ਲਿਖਣ ਦੇ ਨਾਲ, ਓਨਮ ਲਫ਼ਜ਼ ਲਿਖ ਦੇਣ ਦੇ ਨਾਲ ਤਾਂ ਗੱਡੀ ਨਹੀਂ ਚੱਲਦੀ। ਗੱਲ ਤਾਂ ਇੰਨੀ ਸਮਝਣੀ ਹੈ, ਗੁਰੂ ਦੇ ਕਿਰਪਾ ਦੇ ਨਾਲ ਫਿਰ ਜਿਹੜਾ ਨਾਮ ਰੂਪੀ ਰਤਨ ਮਿਲਦੇ ਹਨ, ਜਿਹੜੇ ਨਾਮ ਪਦਾਰਥ ਮਿਲਦੇ ਹਨ, ਉਹਨਾਂ ਦੀ ਬਖਸ਼ਿਸ਼ ਨਾਲ ਸਾਡੇ ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਹੈ। ਫਿਰ ਵਿਕਾਰ ਸਾਡੇ ਨੇੜੇ ਨਹੀਂ ਆ ਸਕਦੇ, ਕਿਉਂਕਿ ਗੁਰੂ ਔਗਣਾਂ ਨੂੰ ਮਿਟਾ ਦਿੰਦਾ ਹੈ। ਗੁਰੂ ਤਾਂ ਗੁਣਾਂ ਦੀ ਵਾਸਾ ਕਰ ਦਿੰਦਾ ਹੈ, ਕਿਉਂਕਿ ਗੁਰੂ ਆਪ ਗੁਣਾਂ ਦਾ ਸਾਗਰ ਹੈ। ਗੁਰੂ ਗੁਣਕਾਰੀ ਹੈ, ਗੁਣ ਪੈਦਾ ਕਰਨ ਵਾਲਾ ਹੈ। ਲਫ਼ਜ਼ ਆਇਆ ਨਾ ਗੁਣਕਾਰੀ। ਗੁਰੂ ਤਾਂ ਗੁਣ ਪੈਦਾ ਕਰਨ ਵਾਲਾ ਹੈ। ਗੁਰੂ ਇੰਨੀ ਤਾਕਤ ਹੈ। ਪਰਮਾਤਮਾ ਨਾਲ, ਪਰਮੇਸ਼ਰ ਦੇ ਨਾਲ ਡੂੰਘੀ ਸਾਂਝ ਪਾਉਣੀ, ਪਰਮਾਤਮਾ ਦੀ ਯਾਦ ਵਿੱਚ ਸੁਰਤ ਜੋੜਨੀ, ਪਰਮਾਤਮਾ ਦੇ ਚਰਨਾਂ ਵਿੱਚ ਹਾਜ਼ਰੀ ਰੱਖਣੀ, ਆਪਣੀ ਹਾਜ਼ਰ ਰੱਖਣਾ ਆਪਣੇ ਆਪ ਨੂੰ, ਇਹ ਸਮਝ ਕੇਵਲ ਗੁਰੂ ਦੀ ਸ਼ਰਨ ਪੈ ਕੇ ਹੀ ਆਉਂਦੀ ਹੈ। ਕਿਉਂਕਿ ਗੁਰੂ ਤੋਂ ਬਿਨਾਂ ਹਨੇਰਾ ਹੈ, ਗੁਰੂ ਤੋਂ ਬਿਨਾਂ ਆਤਮ ਮਾਰਗ ਦਾ ਚਾਨਣ ਨਹੀਂ ਹੈ, ਨਾ ਹੀ ਗੁਰੂ ਤੋਂ ਬਿਨਾਂ ਆਤਮਿਕ ਜੀਵਨ ਦੀ ਸੋਝੀ ਹੋ ਸਕਦੀ ਹੈ। ਇਹ ਗੱਲ ਕਿੱਥੋਂ ਸਮਝ ਆਉਂਦੀ ਹੈ? ਗੁਰੂ ਦੀ ਸ਼ਰਨ ਪੈ ਕੇ, ਕਿਉਂਕਿ ਗੁਰੂ ਗੁਣਾਂ ਦਾ ਸਾਗਰ ਹੈ। ਗੁਰੂ ਤਾਂ ਇੱਕ ਉਸ ਫਲਦਾਰ ਰੁੱਖ ਵਰਗਾ ਹੈ ਜਿਹੜਾ ਫਲਾਂ ਨਾਲ ਭਰਿਆ ਹੋਇਆ ਹੈ, ਫਲ ਨਾਲ ਭਰਪੂਰ ਹੈ, ਜਿਹਦੀ ਛਾਂ ਬੜੀ ਸੰਘਣੀ ਹੈ, ਜਿਹਦੀ ਛਾਂ ਬੜੀ ਗੂੜੀ ਹੈ। ਇਹ ਪਾਂਧੇ ਉਹ ਉੱਚੇ ਸੁੱਚੇ ਗੁਣਾਂ ਦੇ ਨਾਲ ਭਰਪੂਰ ਉਹ ਪਰਮਾਤਮਾ ਗੁਰੂ ਦੇ ਖਜ਼ਾਨੇ ਵਿੱਚੋਂ ਮਿਲਦਾ ਹੈ। ਜਿਹੜਾ ਪਰਮਾਤਮਾ ਗੁਣਾਂ ਦਾ ਸਾਗਰ ਹੈ,
ਉਹ ਗੁਰੂ ਦੇ ਖਜ਼ਾਨੇ ਵਿੱਚੋਂ ਮਿਲਦਾ, ਭਾਵ ਗੁਰੂ ਦੀ ਸ਼ਰਨ ਪੈ ਕੇ ਮਿਲਦਾ ਹੈ, ਗੁਰੂ ਦੀ ਮੱਤ ਲੈ ਕੇ ਮਿਲਦਾ ਹੈ। ਕਿਉਂਕਿ ਗੁਰੂ ਹੀ ਜਾਣਦਾ ਹੈ ਵੀ ਪਰਮਾਤਮਾ ਕਿੱਡਾ ਵੱਡਾ ਹੈ। ਇਹ ਮਿੱਤ ਜਾਂ ਗੁਰੂ ਪਰਮਾਤਮਾ ਆਪ ਜਾਣਦਾ ਹੈ, ਉਹਦੇ ਬਾਰੇ ਤੇ ਜਾਂ ਗੁਰੂ ਜਾਣਦਾ ਹੈ। ਜਿਹੜਾ ਜਾਣਦਾ ਉਹੀ ਪਹੁੰਚਾ ਸਕਦਾ ਨਾ। ਪੱਥਰ ਦੀਆਂ ਮੂਰਤੀਆਂ ਤਾਂ ਕੁਝ ਵੀ ਨਹੀਂ ਸਵਾਰ ਸਕਦੀਆਂ, ਕਿਉਂਕਿ ਪੱਥਰ ਦੀ ਮੂਰਤੀ ਤਾਂ ਕੋਈ ਸਵਾਰ ਬੋਲਦੀ ਨਹੀਂ, ਕੋਈ ਗਿਆਨ ਵੀ ਨਹੀਂ ਦਿੰਦੀ। ਤੂੰ ਦੱਸ, ਜਿਸ ਨੂੰ ਤੂੰ ਓਅੰਕਾਰ ਕਹਿੰਦਾ ਹੈ, ਹੇ ਪਾਂਡੇ, ਉਹ ਕਿਵੇਂ ਤੈਨੂੰ ਨਿਰੰਕਾਰ ਦੇ ਦੇਸ਼ ਲੈ ਕੇ ਜਾਏਗਾ? ਕਿਉਂਕਿ ਨਿਰੰਕਾਰ ਦੇ ਦੇਸ਼ ਤਾਂ ਗੱਲਾਂ ਨਾਲ ਨਹੀਂ ਜਾ ਸਕੀਦਾ। ਉੱਥੇ ਤਾਂ ਗੁਣਾਂ ਦੀ ਹੱਟੀ ਚੱਲਦੀ, ਗੁਣ ਵਿਹਾਜਣੇ ਪੈਂਦੇ ਨੇ, ਗੁਣਾਂ ਦੀ ਗੱਲ ਚੱਲਦੀ ਹੈ। ਗੁਰੂ ਤਾਂ ਇਹੋ ਜਿਹਾ ਰੁੱਖ ਹੈ, ਫਲ ਦਾ ਰੁੱਖ ਹੈ, ਜਿਹਦੀ ਸਮੁੱਚਾ ਹੀ ਫਲ ਹੀ ਫਲ ਹਨ। ਉਹਦੀ ਛਾਂ ਇੰਨੀ ਸੰਘਣੀ ਹੈ ਤੇ ਉਹਦੀ ਬਖਸ਼ਿਸ਼ ਜਦੋਂ ਹੁੰਦੀ ਹੈ, ਸੁੱਖ ਮਿਲਦਾ ਹੈ। ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਫਿਰ ਸੁੱਖ ਮਿਲਦਾ ਹੈ, ਦੁੱਖ ਮਿਟ ਜਾਂਦਾ ਹੈ। ਸਾਡੇ ਅੰਦਰ ਜਿਹੜੀ ਤੜਫ ਸੀ ਮੁੱਕ ਜਾਂਦੀ ਹੈ, ਬਾਹਰ ਦਾ ਦੌੜ ਖਤਮ ਹੋ ਜਾਂਦੀ ਹੈ। ਬੇਅੰਤ ਪ੍ਰਭੂ, ਜਿਹੜਾ ਬੇਅੰਤ ਹੈ, ਪ੍ਰਭੂ ਬੇਅੰਤ ਹੈ, ਉਹਦਾ ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਕਦੀ ਨਾਸ਼ ਨਹੀਂ ਹੁੰਦਾ, ਜਿਸ ਦੀ ਕੋਈ ਜੂਨਾਂ ਵਿੱਚ ਨਹੀਂ ਆਉਂਦਾ, ਜੋ ਅਜੂਨੀ ਹੈ, ਜੋ ਜੂਨਾਂ ਤੋਂ ਰਹਿਤ ਹੈ, ਕਿਉਂਕਿ ਉਹ ਜਨਮ ਨਹੀਂ ਲੈਂਦਾ। ਜੇ ਜਨਮ ਨਹੀਂ ਲੈਂਦਾ ਤੇ ਉਹ ਜੂਨ ਤੋਂ ਵੀ ਰਹਿਤ ਹੈ। ਉਹਦੀ ਪ੍ਰਾਪਤੀ ਕੇਵਲ ਤਾਂ ਕੇਵਲ ਇਹ ਪਾਂਦੇ ਗੁਰੂ ਦੀ ਸ਼ਰਨ ਪੈ ਕੇ, ਪੂਰੇ ਗੁਰੂ ਦੀ ਸ਼ਰਨ ਪੈ ਕੇ ਹੁੰਦੀ ਹੈ। ਉਹਦੀ ਸਮਝ ਵੀ ਗੁਰੂ ਕੋਲੋਂ ਆਉਂਦੀ ਹੈ, ਉਹਦੇ ਗੁਣਾਂ ਦਾ ਵੀ ਗੁਰੂ ਕੋਲ ਪਤਾ ਲੱਗਦਾ ਹੈ। ਤੋ ਇਹ ਪਾਂਦੇ ਸੰਸਾਰ ਤੇ ਇੱਕ ਵਿਖੜਾ ਜਿਹਾ ਪਿੰਡ ਹੈ, ਡਰਾਉਣਾ ਜਿਹਾ ਸਾਗਰ ਹੈ। ਨਾ ਇਹਦਾ ਉਰਲਾ ਕੰਢਾ ਨਜ਼ਰ ਆਉਂਦਾ, ਨਾ ਪਰਲਾ ਕਿਨਾਰਾ ਨਜ਼ਰ ਆਉਂਦਾ ਹੈ, ਔਰ ਨਾ ਕੋਈ ਬੇੜੀ ਨਜ਼ਰ ਆਉਂਦੀ ਹੈ, ਨਾ ਕੋਈ ਮਲਾਹ ਨਜ਼ਰ ਆਉਂਦਾ ਹੈ। ਪਰ ਜੇ ਗੁਰੂ ਮਲਾਹ ਦੀ ਤੇ ਗੁਰੂ ਦੀ ਬੇੜੀ ਦਾ ਸਵਾਰ ਬਣ ਜਾਈਏ ਤਾਂ ਗੁਰੂ ਆਪਣੇ ਘਰ ਵਿੱਚ ਲੈ ਕੇ ਚਲਾ ਜਾਂਦਾ ਹੈ। ਗੁਰੂ ਮਲਾਹ ਬਣ ਜਾਏ ਤੇ ਨਾਮ ਰੂਪੀ ਬੇੜੀ ਤੇ ਸਵਾਰ ਹੋ ਜਾਈਏ, ਉਹਦੀ ਯਾਦ ਦੀ, ਪਰਮੇਸ਼ਰ ਦੀ ਯਾਦ ਦੀ ਬੇੜੀ ਬਣਾ ਲਈਏ, ਤੇ ਫਿਰ ਗੁਰੂ ਸਤਿਗੁਰੂ ਉਸ ਪਰਮੇਸ਼ਰ ਦੇ ਘਰ ਦੇ ਦੀਦਾਰ ਕਰਾ ਦਿੰਦਾ ਹੈ। ਇੱਕੋ ਹੀ ਢੰਗ ਹੈ, ਹੋਰ ਕੋਈ ਢੰਗ ਨਹੀਂ ਹੈ। ਬਸ ਸੰਸਾਰ ਸਮੁੰਦਰ ਤੋਂ ਗੱਲਾਂ ਨਾਲ ਨਹੀਂ, ਕੇਵਲ ਉੱਪਰ ਉੱਪਰ ਲਿਖਣ ਨਾਲ ਨਹੀਂ, ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਆਪਣੇ ਦਿਲ ਦੀ ਪੱਟੀ ਦੇ ਉੱਤੇ, ਆਪਣੇ ਹਿਰਦੇ ਦੀ ਪੱਟੀ ਦੇ ਉੱਤੇ, ਆਪਣੇ ਮਨ ਦੀ ਪੱਟੀ ਦੇ ਉੱਤੇ ਇਹ ਪਾਂਦੇ ਗੁਰੂ ਦੀ ਸ਼ਰਨ ਪੈ ਕੇ ਕਰਤਾਰ ਦਾ ਨਾਮ ਲਿਖ। ਕਰਤਾਰ ਦਾ ਨਾਮ ਲਿਖੇਗਾ, ਕਿਉਂਕਿ ਕਰਤਾਰ ਦੀ ਵਡਿਆਈ ਗੁਰੂ ਪਾਸੋਂ ਮਿਲਦੀ ਹੈ। ਜਾਂ ਗੁਰੂ ਜਾਣਦਾ ਹੈ ਜਾਂ ਕਰਤਾਰ ਜਾਣਦਾ ਹੈ, ਇਸ ਵਾਸਤੇ ਤੂੰ ਗੁਰੂ ਦੀ ਸ਼ਰਨ ਪੈ। ਸਤਿਗੁਰੂ ਜੀ ਜਿਹੜੀ ਗੱਲ ਕਹਿੰਦੇ ਨੇ, ਸਤਿਗੁਰੂ ਦੀ ਵਡਿਆਈ ਕਰਦਿਆਂ ਕਰਦਿਆਂ ਗੁਰੂ ਪਾਤਸ਼ਾਹ ਜੀ ਨੇ ਕਹਿੰਦੇ ਨੇ, ਧੱਦੇ ਲਫ਼ਜ਼ ਰਾਹੀਂ ਧਰਮ ਧਰੇ ਧਰਮਾਪੁਰ, ਧਰਮ ਧਰੇ, ਧਰਮ ਟਿਕਾ ਲਿਆ। ਕਿੱਥੇ? ਧਰਮਾਪੁਰ, ਧਰਮਾਂ ਦੀ ਪੂਰੀ ਸਤ ਸੰਗਤ ਦੇ ਵਿੱਚ। ਸਤਿਗੁਰੂ ਜੀ ਕਹਿੰਦੇ ਬਈ ਸਤ ਸੰਗਤ ਵਿੱਚ ਗੁਰੂ ਉਸ ਕਰਤਾਰ ਦੀ ਯਾਦ ਦੇ ਗੁਣਾਂ ਦਾ ਉਪਦੇਸ਼ ਦ੍ਰਿੜ ਕਰਾਉਂਦਾ ਹੈ। ਉਹ ਤਾਂ ਸਿਮਰਨ ਰੂਪੀ ਉਪਦੇਸ਼, ਸਿਮਰਨ ਰੂਪੀ ਧਰਮ ਦਾ ਉਪਦੇਸ਼ ਗੁਰੂ ਯਾਦ ਦ੍ਰਿੜ ਕਰਾਉਂਦਾ ਹੈ। ਕਿੱਥੇ? ਧਰਮਾਪੁਰੀ ਦੇ ਵਿੱਚ। ਧਰਮਾਪੁਰੀ ਕਿਹੜੀ ਹੈ? ਸਤ ਸੰਗਤ, ਜਿੱਥੇ ਬੈਠ ਕੇ ਉਹਦੇ ਗੁਣਾਂ ਦੀ ਵਿਚਾਰ ਹੁੰਦੀ ਹੈ। ਕਿਉਂਕਿ ਸਤ ਸੰਗਤ ਇੱਕੋ ਜਾਣੀ ਹੈ। ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਿਖਾਣੀ ਹੈ। ਸਤ ਸੰਗਤ ਕਿਹੜੀ ਹੈ? ਜਿੱਥੇ ਇੱਕ ਨਾਮ ਦੀ ਗੱਲ ਹੁੰਦੀ ਹੈ। ਤਾਂ ਜਿੱਥੇ ਨਾਮ ਦੀ ਗੱਲ ਹੁੰਦੀ ਹੈ ਉਹਨੂੰ ਕੀ ਕਿਹਾ ਜਾਂਦਾ? ਧਰਮਾਪੁਰੀ। ਧਰਮ ਦੀ ਪੁਰੀ ਉਦੋਂ ਧਰਮ ਪੈਦਾ ਹੁੰਦਾ ਹੈ। ਸਤ ਸੰਗਤ ਧਰਮ ਪੈਦਾ ਕਰਨ ਦੀ ਇੱਕ ਸਾਡੀ ਧਰਮਸ਼ਾਲਾ ਹੈ, ਸਾਡੀ ਇੱਕ ਪਾਠਸ਼ਾਲਾ ਹੈ।
ਤੇ ਗੁਣਕਾਰੀ, ਗੁਣਾਂ ਦਾ ਪੈਦਾ ਕਰਨ ਵਾਲਾ, ਮਨ ਧੀਰਾ ਧੀਰਾ ਦਾ ਥਾ ਟਿਕਿਆ ਹੋਇਆ। ਤੇ ਸਤਿਗੁਰੂ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ, ਵੀ ਪਾਂਡੇ ਗੁਰੂ ਦੀ ਸ਼ਰਨ ਪੈ ਕੇ ਕਰਤਾਰ ਦੇ ਨਾਮ ਦੀ ਪੱਟੀ ਆਪਣੇ ਮਨ ਤੇ ਲਿਖ। ਉਹ ਬੜਾ ਬੇਅੰਤ ਹੈ, ਬੇਅੰਤਤਾ ਉਹਦੀ ਗੁਰੂ ਜਾਣਦਾ ਹੈ। ਤੇ ਗੁਰੂ ਸਤ ਸੰਗਤ ਵਿੱਚ, ਸਤ ਸੰਗਤ ਰੂਪੀ ਧਰਮਸ਼ਾਲਾ ਵਿੱਚ ਉਹਦੇ ਨਾਮ ਦੇ, ਉਹਦੇ ਗੁਣਾਂ ਨੂੰ ਦ੍ਰਿੜ ਕਰਾਉਂਦਾ ਹੈ। ਹੁਣ ਸਤ ਸੰਗਤ ਕੇਵਲ ਉਹ ਹੈ ਜਿੱਥੇ ਗੁਰੂ ਦੇ ਗੁਣਾਂ ਦੀ ਗੱਲ ਕੀਤੀ ਜਾਂਦੀ ਹੈ, ਪਰਮੇਸ਼ਰ ਦੇ ਨਾਮ ਦੀ ਚਰਚਾ ਕੀਤੀ ਜਾਂਦੀ ਹੈ। ਜਿੱਥੇ ਪਰਮੇਸ਼ਰ ਦੇ ਨਾਮ ਦੀ, ਸਤ ਸੰਗਤ ਦਾ ਨਾਮ ਹੀ ਉਹਦਾ ਹੈ। ਸਤ ਸੰਗਤ ਦੀ ਗੱਲ ਵੀ ਸਾਨੂੰ ਸਮਝਣ ਦੀ ਲੋੜ ਹੈ ਵੀ ਸਤ ਸੰਗਤ ਕੇਵਲ ਗੱਲਾਂ ਕਰਨ ਦਾ ਅੱਡਾ ਨਹੀਂ। ਜਿੱਥੇ ਹੋਰ ਚੀਜ਼ਾਂ ਸਤ ਸੰਗਤ ਵਿੱਚੋਂ ਮਿਲਦੀਆਂ ਨੇ, ਉੱਥੇ ਗੁਰੂ ਦੇ ਗੁਣਾਂ ਦੀ ਵਿਚਾਰ ਵੀ ਸਤ ਸੰਗਤ ਵਿੱਚੋਂ ਸੀਖ ਕਰਨੀ ਸਾਨੂੰ ਸਭ ਤੋਂ ਜ਼ਰੂਰੀ ਮਿਲਦੀ ਹੈ। ਜਿਹੜਾ ਅਸੀਂ ਅੱਜ ਕਹਿੰਦੇ ਕੀ ਫਾਇਦਾ, ਘਰ ਬੈਠ ਕੇ ਸੁਣ ਲਈਦਾ, ਵਿਚਾਰ ਕਰ ਲਈਦੀ ਹੈ। ਜਦੋਂ ਪਿਆਰੇ ਦੇ ਰੰਗਿਆਂ ਹੋਇਆਂ ਵਿੱਚ ਜਾ ਕੇ ਬੈਠੀਦਾ ਹੈ ਤਾਂ ਉਹ ਨਾਮ ਦੀ ਰੰਗਤ ਸਾਡੇ ਤੇ ਵੀ ਚੜ੍ਹਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਇਹ ਪ੍ਰਮਾਤਮਾ ਮਨ ਧੀਰਾ, ਜਿਹਦਾ ਮਨ ਟਿਕਿਆ ਹੋਇਆ ਹੈ, ਜਿਹਦਾ ਆਪਣਾ ਮਨ ਟਿਕਿਆ ਹੋਇਆ ਹੈ, ਜਿਹਦੇ ਮਨ ਵਿੱਚ ਗੁਰੂ ਪਰਮੇਸ਼ਰ ਵਸਿਆ ਹੋਇਆ ਹੈ, ਇਹੋ ਜਿਹਾ ਗੁਰੂ, ਇਹੋ ਜਿਹਾ ਸਤਿਗੁਰੂ ਉਹ ਸਤ ਸੰਗਤ ਵਿੱਚ ਗੁਣਾਂ ਨੂੰ ਦ੍ਰਿੜ ਕਰਾਉਂਦਾ ਹੈ। ਉਹ ਧਰਮਸ਼ਾਲਾ ਹੈ। ਗੁਰੂ ਮਹਾਰਾਜ ਕਹਿੰਦੇ, ਵਾਹ ਵਾਹ ਸਤਿਗੁਰ ਪੁਰਖ ਹੈ, ਜਿਨ ਸੱਚ ਜਾਤਾ ਸੋਏ। ਵਾਹ ਵਾਹ ਸਤਿਗੁਰ ਪੁਰਖ ਹੈ, ਜਿਨ ਸੱਚ ਜਾਤਾ ਸੋਏ। ਸਤਿਗੁਰੂ ਦਾ ਵਾਹ ਵਾਹ ਹੈ, ਕਿਉਂ ਕਿ ਉਹ ਸੱਚੇ ਨਾਲ ਰੰਗਿਆ ਹੋਇਆ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸ਼ਲੋਕ 12 ਦੇ ਵਧੀਕ ਵਿੱਚ ਕਿ ਪੂਰਾ ਸ਼ਲੋਕ ਹੀ ਇਸ ਤਰ੍ਹਾਂ ਲਿਖਿਆ ਹੈ। ਕਹਿੰਦੇ ਨੇ, ਵਾਹ ਵਾਹ ਸਤਿਗੁਰ ਪੁਰਖ ਹੈ, ਜਿਨ ਸੱਚ ਜਾਤਾ ਸੋਏ। ਜਿਤ ਮਿਲੇ ਤਿਕ ਉਤਰੇ, ਤਨ ਮਨ ਸੀਤਲ ਹੋਏ। ਕਹਿੰਦੇ ਦੇਖ ਹੁੰਦਾ ਕੀ, ਗੁਰੂ ਨੂੰ ਮਿਲ ਕੇ ਤ੍ਰਿਸ਼ਨਾ ਮੁੱਕ ਜਾਂਦੀ ਹੈ। ਤਿਕ ਬੁਝ ਗਈ, ਗਈ ਮਿਲ ਸਾਧ ਜਨਾ। ਪੰਚ ਭਾਗੇ ਚੋਰ, ਸਹਿਜੇ ਸੁਖੈਨੋ। ਹਰੇ ਗੁਣ ਗਾਵਤੀ, ਗਾਵਤੀ ਗਾਵਤੀ ਦਰਸ਼ ਪਿਆਰ। ਤਿਖ ਬੁਝ ਗਈ, ਤ੍ਰਿਸ਼ਨਾ ਦੀ ਫਾਹੀ ਕੱਟੀ ਗਈ, ਮਨ ਦੀਆਂ ਲਾਲਸਾਵਾਂ ਮੁੱਕ ਗਈਆਂ। ਕਿੱਥੇ? ਸਤ ਸੰਗਤ ਵਿੱਚ, ਗੁਰੂ ਦੇ ਕੋਲੋਂ ਲੈ ਕੇ। ਜਦੋਂ ਗੁਰੂ ਦਾ ਮਿਲਾਪ ਹੋਇਆ ਸਤ ਸੰਗਤ ਵਿੱਚੋਂ, ਗੁਰੂ ਦੀ ਨੇੜਤਾ ਹੋਈ, ਇਹ ਸਾਰੀਆਂ ਚੀਜ਼ਾਂ ਮਿਟ ਗਈਆਂ। ਤਿਖ ਬੁਝ ਗਈ, ਗਈ ਮਿਲ ਸਾਧ ਜਨਾ। ਪੰਚ ਭਾਗੇ ਚੋਰ, ਸਹਿਜੇ ਸੁਖੈਨੋ। ਹਰੇ ਗੁਣ ਗਾਵਤੀ, ਗਾਵਤੀ ਗਾਵਤੀ ਦਰਸ਼ ਪਿਆਰ। ਕਿਉਂਕਿ ਗੁਰੂ ਕੋਲ ਕੀ ਹੈ? ਗੁਰੂ ਤਾਂ ਜਿਤ ਮਿਲਿਆ ਤਿਕ ਉਤਰੇ, ਤਨ ਮਨ ਸੀਤਲ ਹੋਏ। ਦੇਖੋ ਦਾ ਨਾਮ, ਘਰ ਪੈ ਉਹਦੀ ਸ਼ਰਨ ਵਿੱਚ, ਦੇਖੋ ਪੱਟੀ। ਵਾਹ ਵਾਹ ਸਤਿਗੁਰ ਪੁਰਖ ਹੈ, ਜਿਸ ਨੂੰ ਸਮਤ ਸਭ ਕੋਏ। ਵਾਹ ਵਾਹ ਸਤਿਗੁਰ ਨਿਰਵੈਰ ਹੈ, ਜਿਸ ਨਿੰਦਾ ਉਸਤਤ ਤੁਲ ਹੋਏ। ਵਾਹ ਸਤਿਗੁਰੂ ਦੀ ਵਡਿਆਈ। ਗੁਰੂ ਦੇ ਕਿੰਨੇ ਗੁਣ ਹਨ ਗੁਰੂ ਦੇ, ਉਹ ਗੁਣਾਂ ਨੂੰ ਗੁਰੂ ਪਾਤਸ਼ਾਹ ਤੇ ਦੱਸ ਰਹੇ ਨੇ। ਵਾਹ ਵਾਹ ਸਤਿਗੁਰ ਸੁਜਾਨ ਹੈ, ਜਿਸ ਅੰਤਰ ਬ੍ਰਹਮ ਵਿਚਾਰ। ਉਹਦੀ ਬ੍ਰਹਮ ਨਾਲ ਵਿਚਾਰ ਹੈ, ਬ੍ਰਹਮ ਨਾਲ ਮਿਲਿਆ ਹੋਇਆ ਹੈ, ਸਤਿਗੁਰੂ ਹੈ। ਸਤਿਗੁਰ ਕੌਣ ਹੈ? ਜਿਹਨੇ ਸਤਪੁਰਖ ਨੂੰ ਜਾਣ ਲਿਆ ਹੈ, ਉਹਦਾ ਨਾਮ ਸਤਿਗੁਰੂ ਹੈ। ਸਤਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਜਿਹੜੇ ਸਤਿਗੁਰੂ ਦੇ, ਸਤਪੁਰਖ ਨਾਲ ਸਾਂਝ ਪੈ ਗਈ ਹੈ, ਜਿਸ ਅੰਤਰ ਬ੍ਰਹਮ ਵਿਚਾਰ ਹੈ। ਐਸੇ ਗੁਰੂ ਦੇ, ਗੁਰੂ ਦਾਤਾ ਗੁਣਾਂ ਦਾ ਹੈ। ਉਸ ਗੁਣਾਂ ਦੇ ਦਾਤੇ ਗੁਰੂ ਦੀ ਸ਼ਰਨ ਵਿੱਚ ਪੈ, ਉਹਦੇ ਨਾਮ ਦੀ ਪੱਟੀ ਲਿਖ। ਵਾਹ ਵਾਹ ਸਤਿਗੁਰ ਨਿਰੰਕਾਰ ਹੈ,
वो तो निकार का रूप है, जिस अंत ना पारावार, जिहदा अंत नहीं पाया जा सकता। तो सतगुरु पातशाह जी ने इत्थे पंक्ति दे विच गुरु महाराज सच्चे पातशाह जिहड़ी गल समझाउंदे ने, कहंदे ने हे पांडे, गुरु की शरण पै के नाम की पट्टी, अपने मन की पट्टी ते गुरु नाम लिख, उस करतार की याद लिख। वो बड़ा बेअंत है। ते सतगुरु दी सतगुरु दी उस सतसंगत विच जिहड़ा गुरु है करतार दा सिमरन नाम दृढ़ कराउंदा है। धद्दै धर्म धरै धर्मापुर गुणकारी, गुण पैदा करता है। क्यों? मन धीरा, क्योंकि सतगुरु का मन अपना गुरु नाल जुड़िया होया है। गुण उहदे अंदर टिके हुए हैं, उहदे अंदर गुण जिहड़े हन वसे हुए हैं, गुण टिके हुए हैं। तो सतगुरु पातशाह जी ने इत्थे गल समझा दी भी हे पांडे, ख्याल कर, उस परमेश्वर के नाम विच जुड़ जिहड़ा परमेश्वर वाहिगुरू दे नाल जुड़िया होया है। धद्दै धूल पड़े मुख मस्तक, कंचन भय मनूरा। वो सतद्धे अखर ने गुरु महाराज कहते सच्चे पातशाह जी भी जेड़े मनुख दे मुख दे उत्ते, मस्तक दे उत्ते धूल पड़े। हम धूल पड़े का मतलब ये नहीं कि सतगुरु के कोई चरण हैं तो उत्थों मिट्टी उडेगी तो वह पेगी। जिन्हें जबान नाल गुरु नूं याद किया, जिन्हें अपना मस्तक गुरु अगे भेंट कर दिता, क्योंकि सोच शक्तियां का केंद्र साडा दिमाग है। जो मस्तक असीं झुकाउने आ, इस सोच मंडल विच गुरु की गुलामी साडे वसदी है। साडे सोच मंडल दे विच जो सोच मंडल विच गुरु की गुलामी हो जाएगी, सोच मंडल विच गुरु साडे वस जाएगा, तो फिर सतगुरु कहते कंचन भय मनूरा। कंचन कौन बन जाता? सोना बन जाता। किहड़ा मनूर? वो लोहा जिहड़ा गलिया होया सी। गुरु इहो जिहा पारस है, इहो जिहा पारस है जिहनूं परसन दे नाल, जिहदी छूह दे नाल मनूर वर्गे भै, जिन्हां अंदर कोई गुण नहीं, जिहनूं लोक दुरकारे हुए लोकी जिहड़े अवगुणां नाल भरे हुए ने, जदों गुरु की छूह मिलती है तो वह भी गुणां दे खजाने बन जाते हैं। अवगुणां नाल भरे हुए भी। सतगुर इहो जिहा चंदन है, बावन चंदन है, जिहदे नेड़े उगे हुए बाकी दरख्त भी खुशबू लै लैंदे हैं। सतगुर तो इहो जिहा है। सतगुर इहो जिहा रुख है जिन्हों पारजात लोकी कहते ने, गुरु इहो जी ताकत रखता है जिहड़ा सारियां दियां इच्छा नूं पूरियां कर दिंदा है। गुरु अंदर तो कोई कमी है ही नहीं। सतगुरु की शरण पै के देख। सतगुरु ऐसा मान सरोवर है, ऐसा मान सरोवर है सतगुरु, जिथे काले ਕਾਂ वर्गे काले दिलों वाले भी हंसा वर्गे चिट्टे होकर निकल आते हैं। भाव अवगुणां नाल भरे हुए दी कालख नूं धो के शुद्धता दे दिंदा है, शुद्धता निर्मल चिट्टा कर दिंदा सतगुरु। ऐसा मानसरोवर है गुरु। गुर ऐसा तीर्थ है, गुर ऐसा दरिया है, चलता हुआ वहर है गुरु, जिथे पशु बिरती वर्गे, प्रेत बिरती वर्गे वो भी आके गुरु कोल आ जान तो उन्हां अंदर भी गुण वस जाते हैं। पशु बिरती वर्गे जिन्हां दी शक्ल मनुखां दी है, काम सारे पशुओं वाले हैं। शक्ल नाल तो मनुख नहीं है, मनुख तो अपनी कर्म नाल मनुख है। जे उहदे काम ही पशुओं वाले हैं तो वह फिर मनुख होने का हकदार नहीं है। पर सतगुर एक ऐसी ताकत है, ऐसी शक्ति है, जिहड़ा बंधना नूं तोड़ दिंदा है। सतगुर तो बंधी छोड़ है, बंधना नूं कट दिंदा है।
ਜਿਹੜਾ ਜਿਉਂਦਿਆਂ ਨੂੰ ਮੁਕਤੀ ਦੇ ਦਿੰਦਾ ਹੈ, ਜਿਉਂਦਿਆਂ ਨੂੰ ਜੀਵਨ ਮੁਕਤ ਕਰ ਦਿੰਦਾ ਹੈ, ਮਾਇਆ ਦੇ ਬੰਧਨਾਂ ਤੋਂ ਕੱਟ ਕੇ ਖਲਾਸੀ ਕਰ ਦਿੰਦਾ ਹੈ। ਪਰ ਕੌਣ? ਜਿਹਦਾ ਗੁਰੂ ਦੀ ਸ਼ਰਨ ਪੈ ਕੇ ਜਿਹਦਾ ਮਨ ਐਸੇ ਗੁਰੂ ਵਿੱਚ ਸਦਾ ਲਈ ਪਤੀਜ ਗਿਆ ਹੈ, ਜਿਹਦਾ ਮਨ ਗੁਰੂ ਵਿੱਚ ਰੰਗਿਆ ਗਿਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਸਤਿਗੁਰ ਪਾਰਸ ਪਰਸੈ ਕੰਚਨ ਕਰੇ ਮਨੂਰ ਮਲੀਨਾ। ਸਤਿਗੁਰੂ ਤਾਂ ਐਸਾ ਪਾਰਸ ਹੈ, ਸਤਿਗੁਰ ਬਾਵਨ ਚੰਦਨੋਂ ਵਾਸ ਸੁਬਾਸ ਕਰੇ ਲਾਖੀਨਾ। ਜਿਹੜਾ ਸੁਗੰਧੀ ਨਾ ਭਰ ਦਿੰਦਾ ਹੈ, ਲੱਖਾਂ ਦੀ ਕੀਮਤ ਬਣ ਜਾਂਦੀ ਹੈ। ਚੰਦਨ ਦਾ ਕੋਈ ਰੁੱਖ ਬਹੁਤ ਵੱਡਾ ਨਹੀਂ ਹੁੰਦਾ। 52 ਚੰਦਨ 52 ਇੰਚ ਦੇ ਕਰੀਬ 52 ਦਾ ਨਾਂ ਹੀ ਉਹਦਾ ਤਾਂ ਪਿਆ, ਪਰ ਖੁਸ਼ਬੂ ਇੰਨੀ ਹੈ, ਇੰਨੀ ਕੀਮਤ ਹੈ ਉਸ ਚੰਦਨ ਦੀ, ਬਾਕੀਆਂ ਨੂੰ ਵੀ ਚੰਦਨ ਬਣਾ ਦਿੰਦਾ ਹੈ। ਸਤਿਗੁਰ ਤਾਂ ਇਹੋ ਜਿਹਾ ਚੰਦਨ ਹੈ। ਸਤਿਗੁਰ ਪੂਰਾ ਪਾਰ ਜਾਤ, ਸਤਿਗੁਰ ਪੂਰਾ ਪਾਰ ਜਾਤ ਸਿਮਲ ਸਫਲ ਕਰੇ ਸੰਗ ਲੀਨਾ। ਸਿਮਲ ਵਰਗਿਆਂ ਨੂੰ ਵੀ ਸਤਿਗੁਰ ਜੀ ਏਡਾ ਵੱਡਾ ਸਿਮਲ ਦਾ ਰੁੱਖ ਹੈ, ਜਿਹਦੇ 'ਚ ਗੁਣ ਕੋਈ ਨਹੀਂ, ਪਰ ਜੇ ਗੁਰੂ ਦੀ ਸ਼ਰਨ ਪੈ ਜਾਈਏ ਉਹ ਵੀ ਗੁਣਾਂ ਨਾਲ ਭਰ ਜਾਂਦਾ ਹੈ। ਸਤਿਗੁਰ ਕਹਿਣ ਲੱਗੇ, ਤੱਦੈ ਧੂਲ ਪੜੇ ਮੁਖ ਮਸਤਕ ਕੰਚਨ ਭੇ ਮਨੂਰਾ। ਭਿਆ ਮਨੂਰ ਕੰਚਨ ਫਿਰ ਹੋਵੇ। ਅਸੀਂ ਗੁਰਬਾਣੀ ਪੜ੍ਹਦੇ ਹਾਂ, ਜੇ ਗੁਰ ਮਿਲੇ ਤਨੇਹਾ, ਗੁਰੂ ਨਾਨਕ ਪਾਤਸ਼ਾਹ ਦਾ ਬੋਲ। ਭਿਆ ਮਨੂਰ ਕੰਚਨ ਫਿਰ ਹੋਵੇ, ਪਰ ਕਦੋਂ? ਜੇ ਗੁਰ ਮਿਲੇ ਤਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟ ਦੇਹਾ। ਸਤਿਗੁਰੂ ਤਾਂ ਇਹੋ ਜਿਹੀ ਬਖਸ਼ਿਸ਼ ਕਰਦਾ ਹੈ। ਧਨ ਧਰਨੀ ਧਰ ਆਪ ਅਜੋਨੀ, ਤੋਲ ਬੋਲ ਸੱਚ ਪੂਰਾ। ਧਨ ਧਰਨੀ ਧਰ, ਧਰਤੀ ਦਾ ਆਸਰਾ ਪਰਮਾਤਮਾ। ਅਜੋਨੀ ਜਨਮ ਰਹਿਤ ਪ੍ਰਭੂ। ਤੋਲ ਬੋਲ, ਤੋਲ ਵਿੱਚ ਬੋਲ ਵਿੱਚ, ਭਾਵ ਜਿਹੜਾ ਅੰਦਰ ਕੋਈ ਕਮੀ ਨਹੀਂ। ਸਾਹਿਬ ਜੀ ਕਹਿੰਦੇ ਨੇ, ਸਤਿਗੁਰ ਆਪ ਤੋਲ ਵਿੱਚ ਬੋਲ ਵਿੱਚ ਪੂਰਾ ਹੈ, ਭਾਵ ਉਹਦਾ ਜੀਵਨ ਸੰਪੂਰਨ ਹੈ। ਧਨ ਧਰਨੀ ਧਰ ਆਪ, ਕਹਿੰਦੇ ਸਤਿਗੁਰੂ ਦਾ ਖਜ਼ਾਨਾ ਕੀ ਹੈ? ਸਤਿਗੁਰੂ ਕੋਲ ਹੈ ਕੀ? ਕਹਿੰਦੇ ਉਹ ਧਰਤੀ ਦਾ ਆਸਾ ਪਰਮੇਸ਼ਰ, ਜੋ ਜਨਮ ਰਹਿਤ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜੋ ਜਨਮ ਰਹਿਤ ਪਰਮੇਸ਼ਰ ਹੈ, ਉਹ ਸਤਿਗੁਰੂ ਦਾ ਧਨ ਉਹ ਹੈ। ਅਸਲੀ ਧਨ, ਨਾਮ ਧਨ। ਭਾਵ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਕਹਿਣ ਲੱਗੇ ਵੀ ਸਤਿਗੁਰੂ ਦੇ ਜੀਵਨ ਵਿੱਚ ਕੋਈ ਕਮੀ ਨਹੀਂ। ਸਤਿਗੁਰੂ ਆਪ ਪੂਰਾ ਹੈ, ਤੇ ਜਿਹੜਾ ਸਤਿਗੁਰੂ ਆਪ ਪੂਰਾ ਹੈ, ਉਹਦੀ ਸ਼ਰਨ ਵਿੱਚ ਆਉਣ ਵਾਲਾ ਵੀ ਪੂਰੇ ਦੇ ਨੇੜੇ ਹੋ ਜਾਂਦਾ ਹੈ। ਭਿਆ ਮਨੂਰ ਕੰਚਨ ਫਿਰ ਹੋਵੇ, ਤੱਦੈ ਧੂਲ ਪੜੇ ਮੁਖ ਮਸਤਕ ਕੰਚਨ ਭੇ ਮਨੂਰਾ। ਉਹਦੀ ਚਰਨ ਸ਼ਰਨ ਵਿੱਚ ਆ ਜਾਈਏ, ਗੁਰੂ ਦੇ ਉਪਦੇਸ਼ ਹਿਰਦੇ ਵਿੱਚ ਵਸ ਜਾਣ। ਜ਼ਬਾਨ ਤੋਂ, ਮੁਖ ਤੋਂ ਬੋਲਿਆ ਜਾਵੇ, ਮਸਤਕ ਗੁਰੂ ਅੱਗੇ ਝੁਕਿਆ ਹੋਇਆ ਹੋਵੇ। ਫਿਰ ਕੀ ਹੋਏਗਾ? ਗੁਨਾਹ ਨਾਲ ਭਰ ਜਾਏਗਾ। ਤੇ ਫਿਰ ਅੱਗੇ ਸਤਿਗੁਰੂ ਕਹਿੰਦੇ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੇ ਗੁਰ ਸੂਰਾ। ਕਰਤੇ ਕੀ, ਉਸ ਅਕਾਲ ਪੁਰਖ ਦੀ, ਵਾਹਿਗੁਰੂ ਦੀ ਕਰ ਵਡਿਆਈ। ਮਿਤ ਦਾ ਅਰਥ ਹੈ ਵਡਿਆਈ। ਮਿਤ ਦਾ ਅਰਥ ਹੁੰਦਾ ਵਡਿਆਈ। ਕਰਤੇ ਕੀ ਮਿਤ, ਜਾਂ ਤਾਂ ਕਰਤਾ ਜਾਣਦਾ ਹੈ ਤੇ ਜਾਂ ਗੁਰੂ ਜਾਣਦਾ ਹੈ। ਸਤਿਗੁਰ ਸੂਰਮਾ। ਕਿਉਂ? ਸਤਿਗੁਰ ਹੀ ਪਰਮਾਤਮਾ ਦੀ ਵਡਿਆਈ ਦੀ ਕਦਰ ਪਾਉਂਦਾ ਹੈ।
ਸਤਿਗੁਰ ਹੀ ਪ੍ਰਮਾਤਮਾ ਦੀ ਵਡਿਆਈ ਨੂੰ ਜਾਣਦਾ ਹੈ। ਇਸ ਪੰਕਤੀ ਦੇ ਨਾਲ ਇਤਿਹਾਸ ਵਿੱਚ ਬੜੀ ਸਾਖੀਆਂ ਮਿਲਦੀਆਂ ਹਨ। ਸੱਚਾਈ ਕੀ ਹੈ ਇਹ ਤਾਂ ਗੁਰੂ ਹੀ ਜਾਣਦਾ ਹੈ। ਕਈ ਵਾਰੀ ਇਹ ਗੱਲਾਂ ਮਹਿਸੂਸ ਹੁੰਦੀਆਂ ਨੇ ਕਿ ਸਿੱਖ ਨੇ ਪਾਠ ਕਰਦਿਆਂ ਕਰਤੇ ਕੀ ਮਿਤ ਕਰਤਾ ਜਾਣੇ ਕੀ ਜਾਣੇ, ਪਰ ਲਫ਼ਜ਼ ਤੇ ਕਹਿ ਦੀ ਥਾਂ ਤੇ ਕੀ ਪੜ੍ਹ ਦਿੱਤਾ, ਵੀ ਗੁਰੂ ਨੂੰ ਵੀ ਕੀ ਪਤਾ। ਤੇ ਗੁਰੂ ਪਾਤਸ਼ਾਹ ਨੇ ਬੜਾ ਉੱਥੇ ਗੁੱਸਾ ਕੀਤਾ, ਉਹਨੂੰ ਕਿਹਾ ਇਹਨੂੰ ਫੜ ਲਓ। ਇਹ ਗੱਲਾਂ ਕੋਈ ਢੁਕਦੀਆਂ ਨਹੀਂ ਹੈ। ਗੁਰੂ ਕੋਈ ਏਡੇ ਛੋਟੇ ਦਿਲ ਦਾ ਨਹੀਂ ਸੀ। ਅਸੀਂ ਕਹਾਣੀਆਂ ਸਾਖੀਆਂ ਨੂੰ ਜਦੋਂ ਪੜਚੋਲਦੇ ਹਾਂ ਤਾਂ ਗੁਰੂ ਦੇ ਸੁਭਾਅ ਨੂੰ ਤੇ ਗੁਰੂ ਦੇ ਗੁਣਾਂ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਕਿ ਗੁਰੂ ਇੱਕ ਸ਼ਬਦ ਗਲਤ ਪੜ੍ਹਨ ਦੇ ਬਦਲੇ ਸਿੱਖ ਨੂੰ ਮਾਰੋ ਜੀ ਕਰੋ ਜੀ, ਇਹ ਨਹੀਂ। ਗੁਰੂ ਸਮਝਾਉਂਦਾ ਹੈ, ਗੁਰੂ ਗੱਲ ਨਾਲ ਲਾਉਂਦਾ ਹੈ, ਗੁਰੂ ਗੱਲ ਨਾਲ ਲਾ ਕੇ ਸਾਡੇ ਔਗਣਾਂ ਨੂੰ ਕੱਢ ਦਿੰਦਾ ਹੈ, ਸਾਡੀਆਂ ਗਲਤੀਆਂ ਨੂੰ ਚਿਤਾਰਦਾ ਨਹੀਂ। ਪਰ ਲੋੜ ਤਾਂ ਗੁਰੂ ਦੀ ਸ਼ਰਨ ਦੇ ਵਿੱਚ ਪੈਣ ਦੀ ਹੈ। ਉਹ ਇਤਿਹਾਸਕ ਸਾਖੀਆਂ ਕਈ ਵਾਰੀ ਜੋ ਮਿਲਦੀਆਂ ਹਨ, ਕੋਈ ਮਿਥਿਹਾਸਕ ਹੁੰਦੀਆਂ ਹਨ, ਕੋਈ ਇਤਿਹਾਸਕ ਹੁੰਦੀਆਂ ਹਨ। ਆਪਣਾ ਬਹੁਤਾ ਉਹਨਾਂ ਦਾ ਵਾਸਤਾ ਨਹੀਂ ਰੱਖਣਾ ਚਾਹੀਦਾ। ਜਿਹੜੀਆਂ ਗੁਰੂ ਦੀ ਵਡਿਆਈ ਵਿੱਚ ਹੋਣ ਉਹਨਾਂ ਸਾਖੀਆਂ ਨੂੰ ਹੀ ਸਾਨੂੰ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ। ਅਗਲੀ ਪੌੜੀ ਵਿੱਚ ਜੋ ਇਹਦੀ ਸ਼ੁਰੂ ਹੁੰਦੀ ਹੈ, ਸਿੰਧੰ, ਜੋ ਅਸੀਂ ਉੱਤੋਂ ਬੋਲਦੇ ਹਾਂ, ਟਿੱਪੀ ਦੀ ਆਵਾਜ਼ ਜਿਹਨੂੰ ਅਸੀਂ ਕਹਿੰਦੇ ਹਾਂ, ਸਿੰਧੰ ਗਿਆਨ ਗਵਾਇਆ ਦੂਜਾ ਭਾਇਆ, ਗਰਭ ਗਲੇ ਬਿਖ ਖਾਇਆ। ਗਿਆਨ ਲਫ਼ਜ਼ ਗਿਆਨ, ਗੁਰੂ ਦਾ ਦਿੱਤਾ ਹੋਇਆ ਗਿਆਨ, ਗੁਰੂ ਦਾ ਦਿੱਤਾ ਹੋਇਆ ਉਪਦੇਸ਼ ਗਵਾਇਆ, ਗਵਾ ਲਿਆ। ਦੂਜਾ ਹੋਰ ਚੀਜ਼ਾਂ, ਉਪਦੇਸ਼ ਤੋਂ ਬਿਨਾਂ, ਗੁਰੂ ਉਪਦੇਸ਼ ਤੋਂ ਬਿਨਾਂ ਕੁਝ ਹੋਰ। ਭਾਇਆ ਦਾ ਅਰਥ ਚੰਗਾ ਲੱਗਾ। ਜਿਸ ਮਨੁੱਖ ਨੂੰ ਚੰਗਾ ਲੱਗਾ ਤਾਂ ਉਹਦੀ ਗੱਲ ਕੀਤੀ ਹੁਣ ਗੁਰੂ ਮਹਾਰਾਜ ਨੇ। ਜਿਹੜੇ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦੇ, ਪਹਿਲੀਆਂ ਪੰਕਤੀਆਂ ਦੇ ਵਿੱਚ, ਦੋ ਦੇ ਵਿੱਚ ਉਹਨਾਂ ਦੀ ਗੱਲ ਕੀਤੀ ਹੈ, ਤੇ ਅਗਲੀਆਂ ਪੰਕਤੀਆਂ ਵਿੱਚ ਫਿਰ ਸਤਿਗੁਰੂ ਜੀ ਨੇ ਦੂਜੀ ਗੱਲ ਕੀਤੀ ਹੈ। ਕਹਿੰਦੇ ਇਆਨ ਗਵਾਇਆ, ਗੰਗਾ ਲਫ਼ਜ਼ ਹੈ, ਗੰਗਾ ਉੱਤੇ ਤਾਲੂ ਦੇ ਨਾਲ ਜ਼ੁਬਾਨ ਲੱਗਦੀ ਹੈ ਜਦੋਂ ਅਸੀਂ ਰੰਗ ਇਸ ਤਰ੍ਹਾਂ ਕਰਕੇ ਪੜ੍ਹਦੇ ਹਾਂ, ਜਿੱਥੇ ਉਸ ਲਫ਼ਜ਼ ਨੂੰ ਇਸੇ ਤਰ੍ਹਾਂ ਹੀ ਬੋਲਿਆ ਜਾਂਦਾ। ਲਫ਼ਜ਼ ਅਰਥ ਇਹਦਾ ਗਿਆਨ ਹਨ। ਗੁਰੂ ਦਾ ਦਿੱਤਾ ਉਪਦੇਸ਼ ਗਵਾ ਲਿਆ, ਛੱਡ ਦਿੱਤਾ। ਫਿਰ ਕੀ ਕੀਤਾ? ਸਾਹਿਬ ਜੀ ਕਹਿੰਦੇ ਦੂਜਾ ਭਾਇਆ, ਹੋਰ ਹੋਰ ਚੀਜ਼ਾਂ ਦਾ ਮੋਹ ਲੱਗ ਗਿਆ। ਦੂਜੇ ਦਾ ਅਰਥ ਹੋਰ ਹੋਰ ਚੀਜ਼ਾਂ ਦੇ ਨਾਲ ਮੋਹ ਲੱਗਣਾ, ਪ੍ਰੇਮ ਜਾਗਣਾ, ਹੋਰ ਹੋਰ ਚੀਜ਼ਾਂ। ਜਿਹੜਾ ਮਨੁੱਖ ਗੁਰੂ ਦਾ ਉਪਦੇਸ਼ ਵਿਸਾਰ ਦਿੰਦਾ, ਭੁਲਾ ਦਿੰਦਾ, ਤੇ ਜੀਵਨ ਦੇ ਕਿਸੇ ਹੋਰ ਰਸਤੇ ਨੂੰ ਚੁਣ ਲੈਂਦਾ ਹੈ, ਹੋਰ ਰਸਤੇ ਨੂੰ ਪਸੰਦ ਕਰਦਾ ਹੈ, ਉਹਦਾ ਜ਼ਿਕਰ ਮਹਾਰਾਜ ਨੇ ਕੀਤਾ। ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਉਹਦਾ ਕੀ ਹਾਲ ਹੈ? ਗਰਭ ਗਲੇ ਬਿਖ ਖਾਇਆ। ਗਰਭ, ਗਰਭ ਬੱਬੇ ਨੂੰ ਸਿਆਰੀ ਹੰਕਾਰ ਵਿੱਚ, ਗਲੇ ਗਲ ਗਏ, ਖਤਮ ਹੋ ਗਏ। ਬਿਖ ਜ਼ਹਿਰ ਖਾਇਆ, ਆਤਮਕ ਮੌਤ ਸਹੇੜ ਲਈ ਜ਼ਹਿਰ ਖਾ ਕੇ। ਹੁਣ ਗੁਰੂ ਉਪਦੇਸ਼ ਵਿਸਾਰ ਕੇ ਜਿਹੜੇ ਜੀਵਨ ਜਿਉਂਦੇ ਹਨ, ਉਹਨਾਂ ਦੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਵੀ ਜਿਹਨਾਂ ਨੂੰ ਗੁਰੂ ਦੇ ਯਾਦ ਨਹੀਂ ਆਈ, ਗਿਆਨ ਯਾਦ ਨਹੀਂ ਆਇਆ, ਜਿਨ੍ਹਾਂ ਦੇ ਵਿੱਚ ਗੁਰੂ ਦੀ ਯਾਦ ਨਹੀਂ ਹੈ, ਜਿਨ੍ਹਾਂ ਦੇ ਵਿੱਚ ਗੁਰੂ ਦਾ ਨਾਮ ਨਹੀਂ ਹੈ, ਜਿਨ੍ਹਾਂ ਦੇ ਅੰਦਰ ਗੁਰੂ ਦਾ ਉਪਦੇਸ਼ ਨਹੀਂ ਹੈ, ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਹਾਲਾਤ ਕੀ ਹੈ? ਜਿਤ ਤਨ ਨਾਮ ਨਾ ਭਾਵਈ ਤਿਤ ਤਨ ਹਉਮੈ ਬਾਦ। ਜਿੱਥੇ ਨਾਮ ਨਹੀਂ ਉੱਥੇ ਹੰਕਾਰ, ਗਰਭ, ਗਰਭ ਗਲੇ, ਉਹ ਹੰਕਾਰ ਹੈ ਉੱਥੇ। ਜਿਤ ਤਨ ਨਾਮ ਨਾ ਭਾਵਈ ਤਿਤ ਤਨ ਹਉਮੈਵਾਦ, ਉੱਥੇ ਹੰਕਾਰ ਹੈ। ਗੁਰਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ। ਗਿਆਨ ਕਿੱਥੋਂ ਮਿਲਦਾ? ਗੁਰੂ ਤੋਂ। ਤੇ ਗੁਰੂ ਤੋਂ ਬਿਨਾਂ ਗਿਆਨ ਨਹੀਂ ਮਿਲਣਾ।
ਤੇ ਗੁਰੂ ਦੀ ਯਾਦ 'ਚ ਜੁੜੇ ਨਹੀਂ, ਗਿਆਨ ਗਵਾਤਾ, ਗੁਰੂ ਦਾ ਉਪਦੇਸ਼ ਛੱਡ ਦਿੱਤਾ, ਦੂਜੀਆਂ ਚੀਜ਼ਾਂ ਦਾ ਮੋਹ ਮਰ ਗਿਆ। ਤੇ ਸਾਹਿਬ ਕਹਿੰਦੇ ਬਿਨ ਗੁਣ ਕਾਮ ਨਾ ਆਵਈ, ਗੁਣਾ ਤੋਂ ਬਿਨਾਂ ਤਾਂ ਕੋਈ ਹੋਰ ਚੀਜ਼ ਕੰਮ ਵੀ ਨਹੀਂ ਆਉਣੀ। ਮਾਇਆ ਫੀਕਾ ਸਾਧ, ਬਾਕੀ ਸਾਰੇ ਸਵਾਦ ਫਿੱਕੇ ਹਨ, ਬਾਕੀ ਸਾਰਾ ਸਵਾਦ ਫਿੱਕਾ ਹੈ। ਤੇ ਕਰਦਾ ਕੀ ਹੈ? ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ, ਗੈਰ ਗੰਭੀਰ ਗਵਾਇਆ। ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ, ਗਹਿਰ ਗੰਭੀਰ ਗਵਾਇਆ। ਗੁਰ ਰਸ ਗੀਤ, ਗੁਰੂ ਦੀ ਬਾਣੀ ਦਾ ਆਨੰਦ, ਗੁਰੂ ਦੇ ਗੀਤ ਦਾ ਰਸ, ਗੁਰੂ ਦੇ ਬਾਣੀ ਦਾ ਸੋਮ ਰਸ ਨਹੀਂ ਭਾਵੈ। ਬਾਤ ਹੁੰਦਾ ਗੁਰੂ ਦੇ ਬੋਲ, ਗੁਰੂ ਦੀ ਗੱਲ, ਬਾਣੀ, ਜਿਹੜੇ ਗੁਰੂ ਦੇ ਮੂੰਹ ਤੋਂ ਬੋਲੇ ਹੋਏ ਗੁਰੂ ਦੇ ਬਚਨ, ਉਹ ਚੰਗੇ ਨਹੀਂ ਲੱਗਦੇ, ਨਹੀਂ ਭਾਵੈ ਸੁਣੀਐ। ਨਾ ਉਹਨੂੰ ਸੁਣਨਾ ਚੰਗਾ ਲੱਗਦਾ, ਨਾ ਉਹਦਾ ਸੁਣਨ ਨੂੰ ਜੀ ਕਰਦਾ ਹੈ, ਨਾ ਹੀ ਉਹਨੂੰ ਅੰਦਰ ਚੰਗਾ ਲੱਗਦਾ। ਕਿਹਨੂੰ? ਜਿਹਨੇ ਗਿਆਨ ਗਵਾਇਆ, ਦੂਜਾ ਪਾਇਆ, ਉਹਦੀ ਜ਼ਿੰਦਗੀ ਦੀ ਚਾਲ ਹੀ ਕੁਛ ਇਹੋ ਜਿਹੀ ਹੈ। ਜਿਹਦੀ ਪ੍ਰੀਤ ਜਗਤ ਨਾਲ ਹੈ, ਸੰਸਾਰ ਦੇ ਪਦਾਰਥਾਂ ਨਾਲ ਹੈ, ਮਨ ਉਹਦੇ ਵਿੱਚ ਰੰਗਿਆ ਹੋਇਆ ਹੈ, ਗੁਰੂ ਦੇ ਗਿਆਨ ਨੂੰ ਛੱਡ ਕੇ। ਸਤਿਗੁਰੂ ਜੀ ਕਹਿੰਦੇ ਹਨ, ਉਹ ਦਿਨ ਰਾਤ ਹੀ ਮਾਇਆ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ। ਉਹਨੇ ਗੈਰ ਗੰਭੀਰ ਪਰਮੇਸ਼ਰ ਨੂੰ ਵਸਾਇਆ ਹੀ ਨਹੀਂ, ਔਰ ਜ਼ਹਿਰ ਖਾਂਦਾ, ਆਤਮਕ ਮੌਕੇ ਮਰ ਜਾਂਦਾ ਹੈ। ਗੰਦੇ ਗੀਤ ਉਹਨੂੰ ਚੰਗੇ ਲੱਗਦੇ ਨੇ, ਡੀਜੇ ਲਾ ਦਿਓ ਤਾਂ ਪੈਰ ਹਿੱਲਣ ਲੱਗ ਪੈਂਦਾ। ਚੰਗੇ ਭਲੇ 80-80 ਸਾਲ ਦੇ ਬਜ਼ੁਰਗਾਂ ਦੇ ਪੈਰ ਵੀ ਹਿਲਦੇ ਨੇ। ਗੰਦਨ ਵੈਨ ਗੰਦੇ ਗੰਦੇ ਗੀਤ ਸੁਣ ਕੇ, ਲਸ਼ਰ ਚੀਜ਼ਾਂ ਕਰਕੇ ਉਹ ਵੀ ਖੁਸ਼ ਹੁੰਦੇ ਨੇ, ਕਿਉਂਕਿ ਅੰਦਰ ਗੁਰੂ ਦਾ ਭਾਵ ਨਹੀਂ ਹੈ, ਗੁਰੂ ਦਾ ਉਪਦੇਸ਼ ਨਹੀਂ ਹੈ। ਆਪਣੀ ਬੱਚੀਆਂ ਦੇ ਨਾਲ ਨੱਚ ਕੇ ਆਪਣੇ ਆਪ ਨੂੰ ਐਂਟਰਟੇਨਮੈਂਟ ਕਰਨੀ ਕਹਿਣਾ, ਇਹ ਕੋਈ ਗੁਰੂ ਦੀ ਸਿੱਖਿਆ ਤਾਂ ਨਹੀਂ ਹੈ। ਕਿਉਂ? ਕਿਉਂਕਿ ਗਿਆਨ ਗਵਾਇਆ ਹੈ, ਗੁਰੂ ਦੀ ਮੱਤ ਨਹੀਂ ਲਈ, ਗੁਰੂ ਦੀ ਗੱਲ ਨਹੀਂ ਸਮਝੀ, ਹੰਕਾਰ ਵਿੱਚ ਜੜੇ ਹੋਏ ਹਨ, ਵਿਖ ਖਾ ਲਿਆ ਹੈ, ਜ਼ਹਿਰ ਖਾਧੀ ਹੋਈ ਹੈ। ਵਿਖ ਫਲ ਮੀਠ ਲਗੇ ਮਨ ਬੌਰੇ, ਚਾਰ ਵਿਚਾਰ ਨਾ ਜਾਣਿਆ, ਗੁਨਾ ਤੇ ਪ੍ਰੀਤ ਬੜੀ ਅਨਭਾਂਤੀ, ਜਨਮ ਮਰਨ ਫਿਰ ਤਾਨਿਆ। ਯਾਦ ਰੱਖ, ਤੇਰੀ ਹਾਲਤ ਕਿਹੋ ਜਿਹੀ ਹੈ। ਗੁਣਾ ਨਾਲੋਂ ਟੁੱਟੀ ਹੋਈ ਪ੍ਰੀਤ ਨਾਲ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ। ਵਿਖ ਫਲ ਜ਼ਹਿਰ ਦੇ ਪਦਾਰਥ ਤੈਨੂੰ ਮਿੱਠੇ ਲੱਗਦੇ ਹਨ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਣੋ ਡਿੱਠੀ। ਅੱਖਾਂ ਨਾਲ ਵੇਖੀ ਹੈ, ਗੁਰੂ ਸਾਹਿਬ ਕਹਿੰਦੇ। ਸਾਕਤ ਰੱਬ ਨਾਲ ਟੁੱਟੇ ਹੋਏ ਮਨੁੱਖ ਨੂੰ ਅੰਮ੍ਰਿਤ ਨਾਮ, ਅੰਮ੍ਰਿਤ ਕੌੜਾ ਲੱਗਦਾ ਹੈ, ਔਰ ਦੁਨੀਆ ਦੇ ਪਦਾਰਥ ਮਿੱਠੇ ਲੱਗਦੇ ਹਨ। ਪ੍ਰੀਤ ਕਿਹਦੇ ਨਾਲ ਹੈ? ਜਗਤ ਦੇ ਪਦਾਰਥਾਂ ਨਾਲ। ਜਗ ਸਿਉ ਝੂਠ ਪ੍ਰੀਤ ਮਨ ਵਿਦਿਆ, ਫਿਰ ਕੀ ਹੋਇਆ? ਜਨ ਸਿਉ ਬਾਦ ਰਚਾਈ। ਜਗਤ ਨਾਲ ਪ੍ਰੀਤ ਤੇ ਪ੍ਰਭੂ ਦੇ ਪਿਆਰਿਆਂ ਨਾਲ ਝਗੜਾ। ਜਗਤ ਨਾਲ ਪ੍ਰੀਤ, ਪ੍ਰਭੂ ਦੇ ਪਿਆਰਿਆਂ ਨਾਲ ਝਗੜਾ, ਉਹ ਚੰਗੇ ਨਹੀਂ ਲੱਗਦੇ। ਕੀ ਕਰਨਾ, ਛੱਡੋ, ਇਹ ਤਾਂ ਵਿਹਲੇ ਹੈ, ਤੇ ਵਿਹਲਿਆਂ ਦਾ ਕੰਮ ਹੈ ਸਤਸੰਗ 'ਚ ਜਾਣਾ। ਕੀ ਕਰਨਾ ਇਹਨਾਂ ਨੂੰ? ਮਾਇਆ ਮਗਰ ਅਹਨਸ ਮਗ ਜੋ ਹੈ, ਨਾਮ ਨਾ ਲੈਵੇ ਮਰੇ ਬਿਖ ਖਾਈ। ਜ਼ਹਿਰ ਖਾਂਦਾ ਮਰਦਾ ਆਤਮਕ ਮੋਤੇ। ਫਿਰ ਕਹਿੰਦੇ ਨੇ ਗੰਦਨ ਵੈਨ ਰਤਾ ਹਿਤਕਾਰੀ। ਗੰਦੇ ਵੈਨ, ਗੰਦੀਆਂ ਬੋਲ, ਗੰਦੀਆਂ ਗੱਲਾਂ, ਗੰਦੀਆਂ ਚੀਜ਼ਾਂ। ਸੋਚ ਕੀ ਹੈ? ਕਿਹਦੇ? ਕਿਉਂਕਿ ਉਹਨੇ ਗੁਰੂ ਦਾ ਉਪਦੇਸ਼ ਵਸਾਰ ਦਿੱਤਾ, ਗੁਰੂ ਦੀ ਸਿੱਖਿਆ ਨਹੀਂ ਲਈ। ਗੰਦਨ ਵੈਨ ਰਤਾ ਹਿਤਕਾਰੀ, ਸ਼ਬਦ ਸੁਰਤ ਨਾ ਆਈ।
ਸ਼ਬਦ ਨਾਲ ਕਦੀ ਸੁਰਤ ਜੋੜਦਾ ਹੀ ਨਹੀਂ, ਖਿਆਲ ਵਿੱਚ ਹੀ ਨਹੀਂ ਆਉਂਦਾ, ਦਿਮਾਗ 'ਚ ਹੀ ਨਹੀਂ ਆਉਂਦਾ ਕਿ ਮੈਂ ਗੁਰੂ ਦੇ ਸ਼ਬਦ ਨਾਲ ਵੀ ਪ੍ਰੀਤ ਪਾਉਣੀ ਹੈ। ਰੰਗ ਨਾ ਰਾਤਾ ਰਸ ਨਹੀਂ ਬੇਦਿਆ ਮਨਮੁਖ ਪਤ ਗਵਾਈ। ਇਹ ਹੈ ਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਨੇ ਸੋਰਠ ਰਾਗ ਵਿੱਚ। ਕਹਿੰਦੇ ਰੰਗ ਨਹੀਂ ਰਾਤਾ, ਰੰਗ ਨਾ ਰਾਤਾ ਰਸ ਨਹੀਂ ਬੇਦਿਆ ਮਨਮੁਖ ਪਤ ਗਵਾਈ। ਮਨਮੁਖ ਆਪਣੀ ਇੱਜ਼ਤ ਗਵਾ ਕੇ ਤੁਰ ਪਿਆ। ਕਿਹੜਾ ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ ਗਹਿਰ ਗੰਭੀਰ ਗਵਾਇਆ। ਗਹਿਰ ਗੰਭੀਰ ਅਥਾਹ ਪਰਮਾਤਮਾ ਪ੍ਰਭੂ ਗੁਣਾਂ ਦਾ ਮਾਲਕ ਜਿੱਥੇ ਪਹੁੰਚਿਆ ਨਹੀਂ ਜਾ ਸਕਦਾ। ਅਥਾਹ ਗਹਿਰ ਡੂੰਘਾ ਡੂੰਘਾਈ ਗੰਭੀਰ ਗਵਾਇਆ, ਉਹਦੇ ਨਾਲ ਮੋਹ ਤੋੜ ਲਿਆ। ਤੋ ਸਤਿਗੁਰੂ ਜੀ ਸੱਚੇ ਪਾਤਸ਼ਾਹ ਕਹਿੰਦੇ ਨੇ, ਹੁਣ ਸਮਝਾਉਂਦੇ ਨੇ ਇਸ ਅੱਖਰ ਦੇ ਰਾਹੀਂ ਵੀ ਜਿਹੜਾ ਮਨੁੱਖ ਸਤਿਗੁਰੂ ਦਾ ਉਪਦੇਸ਼ ਵਿਸਾਰ ਦਿੰਦਾ ਹੈ, ਕਿਸੇ ਹੋਰ ਜੀਵਨ ਰਾਹ ਨੂੰ ਚੁਣ ਲੈਂਦਾ, ਜੀਵਨ ਰਾਹ ਨੂੰ ਪਸੰਦ ਕਰ ਲੈ, ਜੀਵਨ ਦਾ ਢੰਗ ਅਪਣਾ ਲੈਂਦਾ, ਉਹ ਹੰਕਾਰ ਵਿੱਚ ਮਰ ਜਾਂਦਾ ਹੈ। ਆਤਮਿਕ ਮੌਤ ਦਾ ਜ਼ਹਿਰ ਉਹਨੂੰ ਆਤਮਿਕ ਮੌਤ ਰੂਪੀ ਜ਼ਹਿਰ ਹੀ ਖਾਂਦਾ ਰਹਿੰਦਾ ਹੈ। ਫਿਰ ਉਸ ਮਨੁੱਖ ਨੂੰ ਦੂਜੇ ਭਾਵ ਦੇ ਕਾਰਨ, ਗੁਰੂ ਤੋਂ ਟੁੱਟੇ ਹੋਏ ਦੇ ਕਾਰਨ ਸਤਿਗੁਰੂ ਦੀ ਬਾਣੀ ਦਾ ਆਨੰਦ ਤੇ ਗੁਰੂ ਦੇ ਬਚਨ ਚੰਗੇ ਨਹੀਂ ਲੱਗਦੇ। ਉਹ ਤਾਂ ਏਦਾਂ ਲੱਗਦਾ ਨਾਮ ਸੁਣਤ ਜਨ ਬਿਛੂ ਡਜਾਨਾ, ਜਿਵੇਂ ਬਿਛੂ ਡੰਗ ਮਾਰ ਗਿਆ ਹੁੰਦਾ। ਕਾਮ ਕ੍ਰੋਧ ਅਹੰਕਾਰ ਦੀ ਜਾਨਾ ਨਾਮ ਸੁਣਤ ਜਨ ਬਿਛੂ ਡਸਾਨਾ। ਇਹਦਾ ਜਿਵੇਂ ਬਿਛੂ ਨੇ ਡੰਗ ਮਾਰਿਆ, ਏਦਾਂ ਦੀ ਉਹਦੀ ਅਵਸਥਾ ਹੈ। ਨਾ ਨਾ ਨਾ, ਨਾਮ ਦੀ ਗੱਲ ਏਦਾਂ ਨਾ ਕਰਿਓ। ਇਹ ਤਾਂ ਜਿੱਦਾਂ ਫਨੀਅਰ ਸੱਪ ਡੰਗ ਮਾਰਦੇ, ਬਿੱਛੂ ਲੜ ਜਾਏ ਤੇ ਨਾਲੋਂ ਛੁੱਟਦਾ ਹੀ ਨਹੀਂ, ਇਹ ਹਾਲਤ ਹੈ ਉਹਦੀ। ਸਤਿਗੁਰੂ ਜੀ ਕਹਿੰਦੇ ਨੇ ਵੀ ਉਹਨੂੰ ਚੰਗੇ ਨਹੀਂ ਲੱਗਦੇ। ਉਹ ਮਨੁੱਖ ਅਥਾਹ ਗੁਣਾਂ ਦੇ ਮਾਲਕ ਪਰਮਾਤਮਾ ਤੋਂ ਵਿਛੜਿਆ ਰਹਿੰਦਾ ਹੈ, ਉਹਦੇ ਤੋਂ ਜੁਦਾ ਹੋ ਜਾਂਦਾ ਹੈ। ਹੁਣ ਸਤਿਗੁਰੂ ਪਾਤਸ਼ਾਹ ਦੂਜੇ ਪਾਸੇ ਦੀ ਗੱਲ ਕਰਦੇ, ਗੁਰ ਸੱਚ ਕਿਹਾ ਜਿਨ੍ਹਾਂ ਨੇ ਸਦਾ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਿਆ। ਗੁਰ ਗੁਰੂ ਦੀ ਰਾਹੀਂ ਜਾਰੇ ਨੂੰ ਸਿਹਾਰੀ, ਸਤਿਗੁਰੂ ਦੀ ਸ਼ਰਨ ਪੈ ਕੇ। ਗੁਰ ਸੱਚ ਕਿਹਾ ਅੰਮ੍ਰਿਤ ਲਿਆ, ਉਹਨੇ ਅੰਮ੍ਰਿਤ ਨੂੰ ਲੱਭ ਲਿਆ। ਮਨ ਤਨ ਸਾਚ ਸਿਖਾਇਆ, ਮਨ ਵਿੱਚ, ਤਨ ਵਿੱਚ, ਸਰੀਰ ਵਿੱਚ ਸਾਚ ਸਦਾ ਕਹਿਣ ਰਹਿਣ ਵਾਲਾ ਪ੍ਰਭੂ। ਸਿਖਾਇਆ ਦਾ ਅਰਥ ਪਿਆਰਾ ਲੱਗਣ ਲੱਗ ਪਿਆ। ਗੁਰ ਸਾਚ ਕਿਹਾ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਕਿਹਾ, ਮੰਨਿਆ, ਕਿਹਾ, ਬੋਲਿਆ, ਨਾਮ ਰੂਪੀ ਅੰਮ੍ਰਿਤ ਲੱਭ ਲਿਆ, ਉਹਨਾਂ ਦੇ ਤਨ ਮਨ ਨੂੰ ਗੁਰੂ ਦਾ ਉਪਦੇਸ਼ ਚੰਗਾ ਲੱਗਣ ਲੱਗ ਪਿਆ। ਆਪੇ ਗੁਰਮੁਖ ਆਪੇ ਦੇਵੈ ਆਪੇ ਅੰਮ੍ਰਿਤ ਪਿਆਇਆ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਬਚਨ ਕਰਦੇ ਹਨ, ਗੁਰੂ ਦੀ ਸੰਗਤ, ਗੁਰੂ ਦੇ ਸਨਮੁਖ ਹੋ ਕੇ। ਕਿਹੜਾ? ਜਿਸ ਮਨੁੱਖ ਨੇ ਪ੍ਰਭੂ ਦੇ ਨਾਮ ਨੂੰ ਸਿਮਰਿਆ, ਉਹਨੇ ਨਾਮ ਰੂਪੀ ਅੰਮ੍ਰਿਤ ਹਾਸਲ ਕਰ ਲਿਆ। ਫਿਰ ਉਸਨੇ ਉਹਦੇ ਮਨ ਤਨ ਵਿੱਚ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ। ਉਸ ਦੀ ਬਖਸ਼ਿਸ਼ ਹੀ ਹੈ ਕਿ ਉਹ ਗੁਰੂ ਦੀ ਸ਼ਰਨ ਪੈ ਕੇ ਸਿਮਰਨ ਦੀ ਦਾਤ ਪ੍ਰਾਪਤ ਕਰ ਲੈਂਦਾ ਹੈ ਤੇ ਗੁਰੂ ਉਹਨੂੰ ਨਾਮ ਦਾ ਅੰਮ੍ਰਿਤ ਪਿਆਉਂਦਾ ਹੈ, ਗੁਰੂ ਉਹਨੂੰ ਨਾਮ ਦਾ ਅੰਮ੍ਰਿਤ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ, ਆਪੇ ਗੁਰਮੁਖ ਆਪੇ ਦੇਵੈ ਆਪੇ ਅੰਮ੍ਰਿਤ ਪਿਆਇਆ। ਗੁਰੂ ਦੀ ਰਾਹੀਂ ਆਪ ਹੀ ਕਿਰਪਾ ਕਰਕੇ ਗੁਰੂ ਦੇ ਸ਼ਰਨ ਪੈਣ ਵਾਲੇ ਨੂੰ ਗੁਰੂ ਨਾਮ ਦਾ ਅੰਮ੍ਰਿਤ ਜਿਹੜਾ ਹੈ ਉਹ ਦੇ ਦਿੰਦਾ ਹੈ। ਇਹਨਾਂ ਦੋ ਪੌੜੀਆਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਤੀਜੀ ਪੌੜੀ ਹੈ, ਉਹਦੇ ਵਿੱਚ ਪਰਮੇਸ਼ਰ ਦੀ ਵਡਿਆਈ ਨੂੰ ਇਕਸਾਰ ਦਰਸਾਇਆ। ਗੁਰੂ ਤੇ ਪਰਮੇਸ਼ਰ ਭੇਦ ਹਨ। ਗੁਰੂ ਦੀ ਵਡਿਆਈ ਦਾ ਸੋਮਾ ਸਤ ਸੰਗਤ ਹੈ, ਧਰਮਪੁਰੀ ਹੈ। ਸਤ ਸੰਗਤ ਵਿੱਚੋਂ ਇਹ ਜਾਣਕਾਰੀ ਮਿਲਦੀ ਹੈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਕ੍ਰਿਸ਼ਟ ਦੇਹਾ। ਇਹ ਪੌੜੀ ਦੇ ਇਤਿਹਾਸਕ ਪਿਛੋਕੜ ਦੀ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਕਈ ਸਾਖੀਆਂ ਆਉਂਦੀਆਂ ਨੇ, ਕੁਝ ਸਾਖੀਆਂ ਦੇ ਵਿੱਚੋਂ ਕੁਛ ਸਾਨੂੰ ਸਿੱਖਣ ਨੂੰ ਮਿਲਦਾ ਹੋਵੇ ਤਾਂ ਜ਼ਰੂਰ ਲੈਣੀ ਚਾਹੀਦੀ ਹੈ। ਬਸ ਇੱਥੇ ਇੰਨਾ ਕੁ ਸਿੱਖਿਆ ਮਿਲਦੀ ਹੈ ਵੀ ਬਾਣੀ ਨੂੰ ਸ਼ੁੱਧ ਪੜ੍ਹਨਾ ਚਾਹੀਦਾ ਹੈ, ਜਿੰਨਾ ਹੋ ਸਕੇ, ਜਿੰਨੀ ਸਮਝ ਆ ਜਾਏ, ਬਾਣੀ ਸ਼ੁੱਧ ਰੂਪ ਵਿੱਚ ਹੀ ਪੜ੍ਹਨਾ ਚਾਹੀਦਾ ਹੈ। ਤੇ ਚੌਥੀ ਪੌੜੀ ਦੇ ਵਿੱਚ ਹੈ ਕਿ ਜਿਹੜਾ
ਗੁਰੂ ਨੇ ਇਹ ਗਿਆਨ ਦੀ ਸੋਝੀ ਦੇ ਦਿੱਤੀ ਹੈ ਵੀ ਹੰਕਾਰ ਲੱਗਾ, ਜਿਹੜਾ ਹੰਕਾਰ ਵਿੱਚ ਫਸਿਆ ਹੋਇਆ ਮਨੁੱਖ ਹੈ ਉਹ ਜੀਵਨ ਦੇ ਮਾਰਗ ਤੋਂ ਉਖੜ ਜਾਂਦਾ ਹੈ। ਗੁਰੂ ਦਾ ਜਸ ਕਰਨਾ ਉਹਨੂੰ ਚੰਗਾ ਨਹੀਂ ਲੱਗਦਾ, ਗੁਰੂ ਦੀ ਵਡਿਆਈ ਕਰਨੀ ਉਹਨੂੰ ਸਿਖਾਉਂਦੀ ਨਹੀਂ ਹੈ। ਅੰਮ੍ਰਿਤ ਨਾਮ ਦੀ ਦਾਤ ਉਸ ਜੀਵ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਹੜਾ ਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਗ੍ਰਹਿਣ ਕਰਦਾ ਹੈ, ਗੁਰੂ ਦੇ ਸਿੱਖਿਆ ਨੂੰ ਆਪਣੇ ਹਿਰਦੇ 'ਚ ਧਾਰਨ ਕਰਦਾ ਹੈ। ਜਿਹੜਾ ਮਨੁੱਖ ਗੁਰੂ ਨੂੰ ਛੱਡ ਕੇ ਆਪਣੇ ਆਪਣੇ ਗਿਆਨ ਉੱਤੇ ਭਰੋਸਾ ਰੱਖਦਾ ਜਾਂ ਆਪਣੀ ਵਿਦਵਤਾ ਦੇ ਉੱਤੇ ਭਰੋਸਾ ਰੱਖਦਾ, ਉਹਨੂੰ ਉਹਨੂੰ ਕੁਝ ਵੀ ਨਹੀਂ ਮਿਲਦਾ, ਕਿਉਂਕਿ ਮਨੁੱਖ ਦੀ ਆਪਣੀ ਵਿਦਵਤਾ ਕਿਸੇ ਕੰਮ ਨਹੀਂ ਆਉਂਦੀ। ਗੁਰੂ ਦੇ ਉੱਤੇ ਭਰੋਸਾ ਤੇ ਗੁਰੂ ਦੇ ਬਖਸ਼ਿਸ਼ ਦੇ ਪਾਤਰ ਬਣਨ ਦੇ ਲਈ ਹਮੇਸ਼ਾ ਗੁਰੂ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਆਪੇ ਗੁਰਮੁਖ ਆਪੇ ਦੇਵੇ, ਆਪੇ ਅੰਮ੍ਰਿਤ ਪੀ ਆਇਆ। ਇਹ ਵਾਹਿਗੁਰੂ ਜੀ, ਗੁਰੂ ਜੀਓ, ਤੁਸੀਂ ਆਪ ਹੀ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ, ਕਿਰਪਾ ਕਰਕੇ ਸਾਡੀ ਝੋਲੀ ਵਿੱਚ ਵੀ ਨਾਮ ਦੀ ਦਾਤ ਪਾ ਦਿਓ ਤਾਂ ਕਿ ਸਾਡਾ ਲੋਕ ਪਰਲੋਕ ਸਹੇਲਾ ਹੋ ਸਕੇ ਜੀ। ਇੰਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।